ਸੋ ਦੇਖੋ ਬੱਚਿਓ, ਜੋ ਕੁਝ ਆਪਾਂ ਇਸ ਤੋਂ ਪਹਿਲਾਂ ਕੀਤਾ ਹੈ ਡਾਇਮੈਂਸ਼ਨਲ ਐਨਾਲਿਸਿਸ ਦੇ ਵਿੱਚ, ਹੈ ਨਾ, ਜੋ ਕੁਝ ਉਹਦੇ ਵਿੱਚ ਕੁਝ ਚੀਜ਼ਾਂ ਨੇ ਜੋ ਆਪਾਂ ਨੂੰ ਹੁਣ ਨੋਟਸ ਵਿੱਚ ਰਿਫਾਈਨ ਕਰਕੇ ਐਡ ਕਰ ਲੈਣੀ ਚਾਹੀਦੀਆਂ ਨੇ। ਉਹ ਜੋ ਚੀਜ਼ਾਂ ਐਡ ਕਰ ਲੈਣੀ ਚਾਹੀਦੀਆਂ ਨੇ ਉਹ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਵਾ, ਤੇ ਤੁਸੀਂ ਉਹਨੂੰ ਨਾਲ ਨਾਲ ਲਿਖ ਲਓ। ਠੀਕ ਹੈ, ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਤੁਹਾਡੇ ਤੁਸੀਂ ਹੁਣ ਜੋ ਪ੍ਰੋਬਲਮਸ ਪੁੱਛ ਰਹੇ ਸੀ ਨਾ, ਉਸ ਪ੍ਰੋਬਲਮ ਦੇ ਵਿੱਚ ਨਾਲ ਹੀ ਆ ਗਈ ਗੱਲ। ਪਹਿਲੀ ਗੱਲ ਤਾਂ ਆ ਗਈ ਪਾਵਰ ਵਾਲੀ, ਜਿਹੜੀ ਤੁਸੀਂ ਕਹਿ ਰਹੇ ਸੀ ਕਿ ਪਾਵਰ ਅਗਰ ਆ ਗਈ ਦੈਨ ਉਹਦਾ ਕੀ ਕਰਨਾ ਹੈ ਨਾ, ਮਤਲਬ ਕਿ ਪਾਵਰ ਨੂੰ ਕਿਵੇਂ ਸੋਲਵ ਕਰਾਂਗੇ। ਸੋ ਆ ਨੋਟ ਹੈ ਕੁਝ ਪ੍ਰੀਵੀਅਸ ਕਲਾਸ ਦੇ ਵਿੱਚੋਂ ਹੀ, ਸਮਝ ਲਓ ਨੋਟ, ਇਹੋ ਜਿਹੇ ਤੁਸੀਂ ਨੋਟ ਕਰ ਲੋਗੇ। that powers are dimensionless. Powers are dimensionless. ਇਸ ਨੂੰ ਤੁਸੀਂ ਯੂਜ਼ ਤਾਂ ਕਰ ਹੀ ਚੁੱਕੇ ਹੋ ਹੁਣੀ ਕਰਦੇ ਹੋਏ, ਤੇ ਬਸ ਆਪਾਂ ਹੁਣ ਲਿਖ ਲੈਂਦੇ ਆ that powers ਦੀ ਕੋਈ ਡਾਇਮੈਂਸ਼ਨ ਨਹੀਂ ਹੁੰਦੀ। ਯਾਨੀ ਫॉर एग्जांपल ਜਿਵੇਂ ਮੈਂ ਅਗਰ ਮੈਂ ਕਹਿੰਦਾ e raised to power ਸੇ omega t, then ਤੁਹਾਨੂੰ ਪਤਾ ਹੈ ਕਿ ਇਹਦੇ ਵਿੱਚ ਅਗਰ t ਟਾਈਮ ਹੈ then ਇਹਦੀ ਜੋ ਪਾਵਰ omega t ਡਾਇਮੈਂਸ਼ਨਲੈਸ ਹੋਣੀ ਚਾਹੀਦੀ ਹੈ। then omega ਦੀ ਡਾਇਮੈਂਸ਼ਨ ਡਾਇਰੈਕਟਲੀ ਲਿਖ ਸਕਦੇ ਹੋ, t-1 ਆਏਗੀ ਨਾ। यस सर। है ना, एक तो आ गल तुहानू पता होनी चाहिए। इधर पावर्स जो होंदियां वो डायमेंशनलैस होंदियां ने। एंड दूसरी गल, अगर तुसी कोई भी टी रेशो लिख रहे हो, जो फॉर एग्जांपल साइन ऑफ समथिंग, ठीक है, साइन होए या चाहे वो कॉज होए, चाहे वो टैन होए या सीकेंट कोसेकेंट व्हाटएवर, इसके अंदर जो भी टर्म होएगी, ਤੁਹਾਨੂੰ ਪਤਾ ਸਾइन cos tan ਇਹ ਸਭ ਚੀਜ਼ਾਂ ਦੀ ਸੈਂਸ ਕਦੋਂ ਬਣਦੀ ਹੈ, ਜਦੋਂ ਅੰਦਰ ਕੋਈ ਐਂਗਲ ਹੁੰਦਾ ਹੈ ਨਾ। यस सर। एंगल दी डायमेंशंस ਹੁੰਦੀਆਂ ਕੋਈ? नो सर। इसलिए डायमेंशंस वाला काम अगर करोगे देन जो भी साइन ऑफ थीटा और कॉस ऑफ थीटा व्हाटएवर होएगा, एक तो ਇਹਦੇ ਅੰਦਰ ਵਾਲੀ ਟਰਮ ਡਾਇਮੈਂਸ਼ਨਲੈਸ ਹੋਏਗੀ, एंड ਜਦੋਂ उसके ऊपर साइन अप्लाई भी हो जाएगा ना, आ पूरा का पूरा एक पूरा v डायमेंशनलैस होएगा। ਇਹਦੀ ਕੋਈ ਡਾਇਮੈਂਸ਼ਨ ਯੂਜ਼ ਨਹੀਂ ਕਰਦੇ ਅਸੀਂ। ਇਹ ਇੱਕ ਦੂਸਰੀ ਗੱਲ ਆਪਾਂ ਧਿਆਨ ਦਿੱਤੀ ਹੈ, ਸਮਝ ਲੱਗੀ ਗੱਲ? यस सर डायमेंशनलेस इसलिए ਹੁੰਦਾ ਕਿਉਂਕਿ sin ਦੀ ਵੈਲਿਊ ਜਿਵੇਂ 30 ਕਰਦੇ ਆ, ਨੰਬਰ ਹੀ ਆਂਦਾ ਕੋਈ। ਹਾਂ ਨੰਬਰ ਆਂਦਾ ਕੋਈ, ਇਟਸ ਜਸਟ ਅ ਨੰਬਰ, ਸੋ ਦੈਟਸ ਵਾਈ ਦੇ ਆਰ ਡਾਇਮੈਂਸ਼ਨਲੈਸ, ਹੈ ਨਾ। ਤੇ ਡਾਇਮੈਂਸ਼ਨਲੈਸ ਵਾਲੀ ਜਿਵੇਂ ਗੱਲ, ਇੱਕ ਤਾਂ ਤੁਹਾਨੂੰ ਪਤਾ ਨਹੀਂ ਜੇ ਪਾਵਰਸ ਡਾਇਮੈਂਸ਼ਨਲੈਸ ਹੁੰਦੀਆਂ ਨੇ, ਐਂਗਲ ਡਾਇਮੈਂਸ਼ਨਲੈਸ ਹੁੰਦੇ ਨੇ, ਤੇ ਐਂਗਲ ਨੂੰ ਉੱਪਰ ਅਗਰ ਤੁਸੀਂ sin cos ਜਾਂ tan ਅਪਲਾਈ ਕਰੋਗੇ then ਉਸ ਤੋਂ ਬਾਅਦ ਵੀ ਜੋ ਨੰਬਰ ਹੀ ਆਏਗਾ ਤਾਂ ਉਹ ਵੀ ਡਾਇਮੈਂਸ਼ਨਲੈਸ ਹੁੰਦਾ ਆ। ਇਸ ਤੋਂ ਇਲਾਵਾ ਇੱਕ ਤੁਸੀਂ ਕੁਆਂਟੀਟੀ ਕੀਤੀ ਸੀ ਨਾ, ਸਟ੍ਰੈਸ ਵੀ ਡਾਇਮੈਂਸ਼ਨਲੈਸ ਹੁੰਦਾ ਆ, ਉਹ ਲਿਖੀ ਸੀ ਨਾ। स्ट्रेन ਸੋ ਬੇਸਿਕਲੀ ਕਈ ਚੀਜ਼ਾਂ ਹੁੰਦੀਆਂ ਨੇ, ਜਿਵੇਂ ਇੱਕ ਤਾਂ ਉਹ ਤੁਹਾਡੀ ਹੋ ਗਈ, ਮੈਂ ਇਹ ਇਕੱਠਾ ਲਿਖ ਦਿੰਦਾ, ਇੱਕ ਤਾਂ ਲਿਖ ਦਿੰਦਾ ਐਂਗਲ, ਇੱਕ ਸੋਲਿਡ ਐਂਗਲ, ਫਿਰ ਆ ਗਿਆ स्ट्रेस, है ना। स्पेसिफिक ग्रेविटी भी अपनी डायमेंशनलैस होती है, मैं दस देना ये की होती है। ये सब क्वांटिटीज ਜਿਹੜੀਆਂ ਚਾਰ क्वांटिटीज है स्ट्रेन नहीं डायमेंशनलेस ਹੁੰਦਾ ਜਿੱਥੇ ਤੁਸੀਂ स्ट्रेस ਲਿਖਿਆ ਉਹਦੀ ਜਗ੍ਹਾ डायमेंशनलेस। ओ सॉरी बिल्कुल स्ट्रेस नहीं, स्ट्रेन होती है डायमेंशनलेस। स्ट्रेस ਦਾ ਪ੍ਰੈਸ਼ਰ ਵਾਲੇ ਚ ਆ ਗਿਆ ਨਾ। यस सर। ਦੇਖੋ ਇਹਨੂੰ ਕਹਿੰਦੇ ਆ, ਇਸ ਤਰ੍ਹਾਂ ਮਤਲਬ ਦਿਮਾਗ ਤੁਹਾਡੇ ਖੁੱਲੇ ਹੋਣੇ ਚਾਹੀਦੇ ਆ, ਵੀ ਮੈਂ ਕੁਝ ਲਿਖ ਰਿਹਾ, ਕੁਝ ਵੀ ਲਿਖੀ ਜਾ ਰਿਹਾ ਨਾ, ਮਤਲਬ ਤੁਸੀਂ ਨਾਲ ਇਹ ਧਿਆਨ ਦਿਓਗੇ। ਦੇਖੋ ਕਿੰਨੀ ਵਧੀਆ ਗੱਲ ਤੁਸੀਂ ਨੋਟਿਸ ਕੀਤੀ ਹੋਈ ਹੈ, ਸਟ੍ਰੇਨ ਵਾਸ ਡਾਇਮੈਂਸ਼ਨਲੈਸ ਨੋਟ ਦਾ ਸਟ੍ਰੈਸ, ਠੀਕ ਹੈ। ਅੱਛਾ ਜੀ, ਸਪੈਸਿਫਿਕ ਗ੍ਰੈਵਿਟੀ ਬਾਰੇ ਟੈਨਸ਼ਨ ਨਹੀਂ ਲੈਣੀ, ਮੈਂ ਤੁਹਾਨੂੰ ਥੋੜੀ ਜਿਹੀ ਦੱਸ ਦਿੰਦਾ, ਨਾਲ ਇਹ ਵੀ ਗੱਲ ਨਾਲ ਲਿਖ ਲਿਓ ਦੈਟ ਵਾਟ ਇਜ਼ ਮੀਨ ਬਾਈ ਸਪੈਸਿਫਿਕ ਗ੍ਰੈਵਿਟੀ। ਇਹ ਸਾਰੀਆਂ ਚੀਜ਼ਾਂ ਅੱਗੇ ਜਾ ਕੇ ਬਹੁਤ ਡਿਟੇਲ 'ਚ ਵੀ ਆਉਣਗੀਆਂ, ਪਰ ਸਪੈਸਿਫਿਕ ਗ੍ਰੈਵਿਟੀ ਕੀ ਹੁੰਦੀ ਹੈ, ਇਹਦਾ ਨਾਮ ਗ੍ਰੈਵਿਟੀ ਹੈ, ਪਰ ਇਹ ਹੁੰਦੀ ਕੀ ਚੀਜ਼ ਹੈ। ਹੁਣ ਇੱਕ ਗੱਲ ਬੜੀ ਇੰਪੋਰਟੈਂਟ ਸਮਝੋ ਕਿ ਬੇਸਿਕਲੀ ਇਹਨੂੰ ਕਹਿੰਦੇ ਅਸੀਂ ਰਿਲੇਟਿਵ ਡੈਂਸਿਟੀ ਵੀ ਬੋਲ ਦਿੰਦੇ ਹਾਂ, ਇਸ ਦਾ ਇੱਕ ਨਾਮ ਅਸੀਂ ਰਿਲੇਟਿਵ ਡੈਂਸਿਟੀ ਵੀ ਰੱਖ ਸਕਦੇ ਹਾਂ, ਰਿਲੇਟਿਵ ਡੈਂਸਿਟੀ। ਤੁਹਾਨੂੰ ਸਭ ਤੋਂ ਪਹਿਲਾਂ ਇੱਕ ਬਹੁਤ ਇੰਪੋਰਟੈਂਟ ਪ੍ਰੋਪਰਟੀ ਦੱਸਦਾ ਮੈਂ ਵਾਟਰ ਦੀ। ਜੋ ਪਾਣੀ ਹੁੰਦਾ ਹੈ ਨਾ, ਪਾਣੀ ਦੀ ਡੈਂਸਿਟੀ ਟੈਂਪਰੇਚਰ ਦੇ ਨਾਲ ਬਦਲਦੀ ਰਹਿੰਦੀ ਹੈ। ਜਿਵੇਂ ਤੁਸੀਂ ਇਨ ਜਨਰਲ ਅਗਰ ਸੋਚੋ ਤਾਂ ਠੰਡਾ ਪਾਣੀ ਜ਼ਿਆਦਾ ਡੈਂਸ ਹੁੰਦਾ ਹੈ, गर्म पानी घट डेंस होता है ना, है ना। यस। और पानी की ना एक बड़ा अजीब नेचर है कि पानी की जो डेंसिटी होती है मैक्सिमम 4 डिग्री पे होती है। सो डेंसिटी ऑफ वाटर इज मैक्सिमम at
4 ਡਿਗਰੀ ਸੈਂਟੀਗ੍ਰੇਡ। ਸੋ ਇਸ ਨੂੰ ਆਪਣਾ ਸਟੈਂਡਰਡ ਮੰਨ ਲੈਂਦੇ ਆ ਬਸ, ਦਿਸ ਇਜ਼ ਦਾ ਸਟੈਂਡਰਡ। ਤੇ ਬਾਕੀ ਸਾਰੀ ਜਿਹੜੀ ਚੀਜ਼ਾਂ ਨੇ, ਬਾਕੀ ਸਾਰਾ ਜੋ ਮਟੀਰੀਅਲ ਕੋਈ ਵੀ ਲਿਕੁਇਡ ਹੋਇਆ ਸੋਲਿਡ ਹੈ ਉਸਨੂੰ ਅਸੀਂ ਇਸ ਡੈਂਸਿਟੀ ਦੇ ਨਾਲ ਕੰਪੇਅਰ ਕਰਦੇ ਹਾਂ। ਯਾਨੀ ਸਪੈਸੀਫਿਕ ਗ੍ਰੈਵਿਟੀ ਕਿਸੇ ਮਟੀਰੀਅਲ ਦੀ ਕੀ ਹੋਏਗੀ, ਡੈਂਸਿਟੀ ਆਫ ਮਟੀਰੀਅਲ, ਡੈਂਸਿਟੀ ਆਫ ਦਾ ਮਟੀਰੀਅਲ ਜਿਸ ਮਟੀਰੀਅਲ ਦੀ ਤੁਸੀਂ ਪਤਾ ਕਰਨੀ ਚਾਹ ਰਹੇ ਹੋ, divided by density of water at 4 degree centigrade। ਬਸ ਇਸ ਨੂੰ ਬੋਲਦੇ ਆ ਸਪੈਸੀਫਿਕ ਗ੍ਰੈਵਿਟੀ। ਜਸਟ ਇੱਕ ਨੋਟ ਕਰ ਲਿਓ ਇਹਨੂੰ ਵੀ, ਉਹ 20 ਦੀ ਲਿਸਟ ਵਿੱਚ ਆਏ ਸ਼ਾਮਿਲ ਕਰ ਲਿਓ। ਹਾਂਜੀ ਦੀਪਕ। ਸਰ 0 ਡਿਗਰੀ ਤੇ ਵਾਟਰ ਹੋਰ ਜ਼ਿਆਦਾ ਠੰਡਾ ਹੋਏਗਾ ਤਾਂ ਉਸਦੀ ਡੈਂਸਿਟੀ ਹੋਰ ਜ਼ਿਆਦਾ ਨਹੀਂ ਹੋਏਗੀ 0 ਡਿਗਰੀ ਤੇ? ਆਬਵੀਅਸਲੀ ਇਹ ਲੱਗਦਾ ਹੈ ਸਾਨੂੰ, ਪਰ ਇਸ ਤਰ੍ਹਾਂ ਹੁੰਦਾ ਨਹੀਂ। ਤੇ ਨੇਚਰ ਦਾ ਇੱਕ ਬੜਾ ਵਧੀਆ ਫੰਡਾ ਹੈ ਕਿ ਪਾਣੀ ਜੋ ਹੈ 4 ਡਿਗਰੀ ਤੱਕ ਇਹ ਗੱਲ ਵੈਲਿਡ ਹੈ ਕਿ ਪਾਣੀ ਜਿੰਨਾ ਠੰਡਾ ਹੁੰਦਾ ਜਾਏਗਾ ਉਨਾ ਹੀ ਜ਼ਿਆਦਾ ਡੈਂਸ, ਪਰ 4 ਡਿਗਰੀ ਤੋਂ ਨੀਚੇ ਜਾਓਗੇ ਨਾ ਹੋਰ ਘੱਟ, ਤਾਂ ਡੈਂਸਿਟੀ ਉਹਦੀ ਵਧਣੀ ਸ਼ੁਰੂ ਹੋ ਜਾਂਦੀ ਹੈ ਘਟਣ ਦੀ ਬਜਾਏ। ਠੀਕ ਹੈ, ਉਹ ਸਾਰੀ ਘਟਣੀ ਸ਼ੁਰੂ ਹੋ ਜਾਂਦੀ ਹੈ, ਵਧਣ ਦੀ ਬਜਾਏ ਘਟਣੀ ਸ਼ੁਰੂ ਹੋ ਜਾਂਦੀ ਹੈ। ਮੈਂ ਦੱਸਦਾ ਇਹਦਾ ਇੱਕ ਬੜਾ ਵਧੀਆ ਇੱਕ ਨਾ ਉਹ ਵੀ ਹੁੰਦਾ ਹੈ, ਇਹਦਾ ਇੱਕ ਫਾਇਦਾ ਹੁੰਦਾ ਹੈ ਆਪਾਂ ਨੂੰ ਨੇਚਰ ਦੇ ਵਿੱਚ, ਤੁਹਾਨੂੰ ਮੈਂ ਦੱਸ ਦੇਣਾ, ਤੁਹਾਨੂੰ ਥੋੜਾ ਇੰਟਰਸਟ ਹੋਏਗਾ ਵਧੀਆ। ਹਾਂਜੀ ਰਿਦਮ। ਸਰ ਗ੍ਰੈਵਿਟੀ ਦੀ ਗੱਲ ਹੋ ਰਹੀ ਹੈ, ਫਿਰ ਡੈਂਸਿਟੀ ਦਾ ਫੰਡਾ ਕਿੱਥੋਂ ਆਇਆ? ਬੇਸਿਕਲੀ ਜਿਵੇਂ ਦੇਖੋ ਗ੍ਰੈਵਿਟੀ ਜਿਹੜੀ ਹੁੰਦੀ ਹੈ, ਗ੍ਰੈਵਿਟੀ ਕਿਸ ਤੇ ਜਿਹੜੀ ਗ੍ਰੈਵਿਟੀ ਹੈ ਉਹ ਡਿਸਾਈਡ ਕਰਦੀ ਨਾ weight ਵਗੈਰਾ ਕਿਸੇ ਚੀਜ਼ ਦਾ, ਹਨਾ ਹਨਾ। ਸੋ ਬੇਸਿਕਲੀ ਇਹਨਾਂ ਨੇ ਜਦੋਂ ਡੈਂਸਿਟੀਜ਼ ਨੂੰ ਕੰਪੇਅਰ ਕੀਤਾ ਤਾਂ ਇਹਨਾਂ ਨੇ ਸਪੈਸੀਫਿਕ ਗ੍ਰੈਵਿਟੀ ਨਾਮ ਦਿੱਤਾ ਉਹਨੂੰ। ਹੁਣ ਐਜ਼ ਸੱਚ ਪੂਰੀ ਤਰ੍ਹਾਂ ਹੀ ਇਹਨੂੰ ਗ੍ਰੈਵਿਟੀ ਕਿਉਂ ਕਹਿੰਦੇ ਆ ਇਹ ਮੈਂ ਵੀ ਕਦੇ ਸੋਚਿਆ ਨਹੀਂ, ਮੈਂ ਤੁਹਾਨੂੰ ਸੋਚ ਕੇ ਦੱਸੂਗਾ। ਠੀਕ ਹੈ, ਪਰ ਇਹਦੇ ਨਾਲ ਭੁਲੇਖਾ ਪੈਂਦਾ ਨਾ, ਤਾਂ ਕਰਕੇ ਜਿਵੇਂ ਇਲੈਕਟ੍ਰੋਮੋਟਿਵ ਫੋਰਸ ਹੈ ਬੈਟਰੀ ਦਾ, ਫੋਰਸ ਥੋੜੀ ਹੁੰਦਾ ਹੈ ਉਹ ਵਰਕ ਡਨ ਹੁੰਦਾ ਹੈ, ਪਰ ਉਹਨੂੰ ਫੋਰਸ ਕਹਿ ਦਿੰਦੇ ਨੇ। ਇਦਾਂ ਦੀ ਕਈ ਚੀਜ਼ਾਂ ਆਈਆਂ ਜਿਹੜੀਆਂ ਥੋੜਾ ਭੁਲੇਖਾ ਪੈਦਾ ਕਰਦੀਆਂ ਨੇ। ਸੋ ਸਪੈਸੀਫਿਕ ਗ੍ਰੈਵਿਟੀ ਜਿਹੜੀ ਹੈ, ਕਿਉਂਕਿ ਇਹਦੇ ਉੱਪਰ ਡੈਂਸਿਟੀ ਆਫ ਮਟੀਰੀਅਲ ਲਿਖਦੇ ਆ, ਨੀਚੇ ਡੈਂਸਿਟੀ ਆਫ ਵਾਟਰ ਐਟ 4 ਡਿਗਰੀ, ਤਾਂ ਡੈਂਸਿਟੀ ਬਾਈ ਡੈਂਸਿਟੀ ਡਾਇਮੈਂਸ਼ਨ ਕੀ ਹੋਏਗੀ? ਡਾਇਮੈਂਸ਼ਨਲੈਸ ਹੈਗੀ। ਹੁਣ ਪਰ ਦੀਪਕ ਦੇ ਦਿਮਾਗ 'ਚ ਇਹ ਗੱਲ ਮੈਨੂੰ ਲੱਗਦਾ ਬਹੁਤ ਜ਼ਿਆਦਾ ਉਹ ਕਰ ਗਈ ਸਟ੍ਰਾਈਕ ਕਿ ਇਹ ਪਾਣੀ ਜਿਹੜਾ ਆ ਜਿਵੇਂ ਠੰਡਾ ਹੁੰਦਾ ਜਾਂਦਾ ਹੈ, ਆਪਾਂ ਕਹਿੰਦੇ ਵੀ ਡੈਂਸਿਟੀ ਉਹਦੀ ਵੱਧਦੀ ਜਾਂਦੀ ਹੈ ਨਾ। 4 ਡਿਗਰੀ ਤੋਂ ਨੀਚੇ ਜਾ ਕੇ ਕੀ ਹੋ ਜਾਂਦਾ ਵੀ, ਮਤਲਬ ਵਧਣ ਦੀ ਬਜਾਏ ਘਟ ਜਾਂਦੀ ਹੈ। ਫਿਲਹਾਲ ਕੀ ਹੁੰਦਾ ਹੈ, ਆਪਾਂ ਇਹ ਦੇਖਦੇ ਇਹਦਾ ਇੱਕ ਫਾਇਦਾ ਹੈ ਨੇਚਰ ਦੇ ਵਿੱਚ। ਆਪਾਂ ਦੇਖਿਆ, ਤੁਸੀਂ ਸਾਰਿਆਂ ਨੇ ਕਦੇ ਸੁਣਿਆ ਸ਼੍ਰੀਨਗਰ 'ਚ ਡਲ ਲੇਕ ਜੰਮ ਗਈ? Yes, sir. ਅਗਰ ਸ਼੍ਰੀ ਲੇਕ ਦੀ ਡਲ ਲੇਕ ਜੰਮ ਜਾਂਦੀ ਹੈ ਤਾਂ ਡਲ ਲੇਕ ਦਾ ਸਭ ਤੋਂ ਉੱਪਰ ਵਾਲਾ ਲੇਅਰ ਜੰਮਦੀ ਹੈ ਨਾ। Yes, sir. ਪਰ ਡਲ ਲੇਕ ਦੇ ਅੰਦਰ ਜੋ ਮੱਛੀਆਂ ਹੁੰਦੀਆਂ ਨੇ ਉਹ ਤਾਂ ਨਹੀਂ ਮਰਦੀਆਂ। ਉਹ ਮੱਛੀਆਂ ਨੀਚੇ ਫਿਰ ਕਿਉਂ ਨਹੀਂ ਮਰਦੀਆਂ? ਮਤਲਬ ਡਲ ਲੇਕ ਅਗਰ ਜੰਮਦੀ ਹੈ ਅਗਰ, ਤਾਂ ਉਹ ਪੂਰੀ ਦੀ ਪੂਰੀ ਜੰਮ ਜਾਣੀ ਚਾਹੀਦੀ ਹੈ ਨਾ। ਸੋ ਬੇਸਿਕਲੀ ਜੋ ਵੱਡੀ ਵੱਡੀ ਲੇਕਸ ਨੇ ਜੋ ਬਹੁਤ ਠੰਡੇ ਇਲਾਕੇ ਵਿੱਚ ਨੇ, ਜਿਵੇਂ ਪੈਂਗੋਂਗ ਲੇਕ ਜੰਮ ਜਾਂਦੀ ਹੈ ਲਦਾਖ ਦੀ, ਉਸ ਤਰ੍ਹਾਂ ਦੀ ਲੇਕਸ ਜਿਹੜੀਆਂ ਨੇ, ਜਿਹੜੀਆਂ ਪੈਂਗੋਂਗ ਵਗੈਰਾ, ਉਹ ਮਤਲਬ ਜੰਮ ਜਾਂਦੀਆਂ ਨੇ ਬਹੁਤ ਸਰਦੀ ਦੇ ਟੈਂਪਰੇਚਰ, ਜੇ ਜਦੋਂ ਟੈਂਪਰੇਚਰ ਮਾਈਨਸ ਵਿੱਚ ਚਲ ਜਾਂਦਾ ਨਾ ਉਦੋਂ ਇਹ ਲੇਕਸ ਜੰਮ ਜਾਂਦੀਆਂ ਨੇ। ਪਰ ਇਹਨਾਂ ਦੇ ਅੰਦਰ ਮੱਛੀਆਂ ਫਿਰ ਵੀ ਜਿੰਦੀਆਂ ਰਹਿੰਦੀਆਂ ਨੇ। ਉਹਦਾ ਕਾਰਨ ਸਿਰਫ ਇਹ ਹੈ ਕਿ ਪਾਣੀ 4 ਡਿਗਰੀ ਤੋਂ ਬਾਅਦ ਹੋਰ ਠੰਡਾ ਕਰਨ ਤੇ ਜ਼ਿਆਦਾ ਡੈਂਸ ਹੋਣ ਦੀ ਬਜਾਏ ਘੱਟ ਡੈਂਸ ਹੋਣ ਲੱਗ ਜਾਂਦਾ ਹੈ। 4 ਡਿਗਰੀ ਤੇ ਪਾਣੀ ਦਾ ਬਿਹੇਵੀਅਰ ਥੋੜਾ ਜਿਹਾ ਅਲੱਗ ਹੈ, ਇਸ ਲਈ ਇਹਨਾਂ ਨੇ ਇਸੇ ਚੀਜ਼ ਨੂੰ ਸਟੈਂਡਰਡ ਮੰਨ ਲਿਆ। ਐਂਡ ਇਸ ਟਾਈਮ ਇਹਦੀ ਡੈਂਸਿਟੀ ਹੁੰਦੀ ਹੈ 1 ਗ੍ਰਾਮ ਪਰ ਸੈਂਟੀਮੀਟਰ ਕਿਊਬ। ਠੀਕ ਹੈ, ਇਹ ਵੈਲਿਊ ਯਾਦ ਰੱਖਣ ਦੀ ਕੋਈ ਜਿਵੇਂ ਆਈਸ ਕਿਊਬਸ ਵੀ ਵਾਟਰ ਵਿੱਚ ਫਲੋਟ ਕਰਦੇ, ਆਈਸ ਕਿਊਬਸ ਵਾਟਰ 'ਚ ਫਲੋਟ ਕਰਦੇ ਆ। ਆਈਸ ਦੀ ਡੈਂਸਿਟੀ ਦੇਖੋ ਵਾਟਰ ਨਾਲੋਂ ਘੱਟ ਹੁੰਦੀ ਹੈ ਨਾ, ਇਸ ਲਈ ਫਲੋਟ ਕਰਦੀ ਹੈ, ਹਨਾ। Yes, sir. ਯਾਨੀ 4 ਡਿਗਰੀ ਤੋਂ ਬਾਅਦ ਨਾ ਉਹਦੇ ਅੰਦਰ ਕੁਝ ਹੋ ਸਕਦਾ, ਉਹਦੇ ਅੰਦਰ ਬੌਂਡਿੰਗ ਦਾ ਕੋਈ ਇਸ ਤਰ੍ਹਾਂ ਦਾ ਚੇਂਜਸ ਆਉਂਦੇ ਨੇ 4 ਡਿਗਰੀ ਤੋਂ ਬਾਅਦ, ਕਿ ਉਹ ਜਿਹਦੇ ਕਰਕੇ ਕਿ ਪਾਣੀ ਜੋ ਹੈ ਉਹ ਘੱਟ ਡੈਂਸ ਹੋਣ ਲੱਗ ਜਾਂਦਾ। ਹੁਣ ਇਹਦਾ ਮੱਛੀਆਂ ਪਤਾ ਕਿਵੇਂ ਬਚ ਜਾਂਦੀਆਂ, ਮੈਂ ਤੁਹਾਨੂੰ ਦੱਸ ਹੀ ਦਿੰਦਾ ਚਲੋ, ਕਿਉਂਕਿ ਐਰਰ ਐਨਾਲਿਸਿਸ ਦੀ ਤੇ ਉਹਦੀ ਨਾ ਸਿਰਫ ਇੰਟਰੋ ਹੀ ਹੋ ਪਾਏਗੀ, ਮੈਂ 5 ਮਿੰਟ ਲੱਗਣੇ ਤੁਹਾਨੂੰ ਦੱਸ ਹੀ ਦਵਾਂਗਾ। ਮੰਨ ਲਓ ਇਹ ਲੇਕ ਹੈ, ਠੀਕ ਹੈ, ਆ ਇੱਕ ਲੇਕ ਜੀ ਹੈ, ਮੰਨ ਲਓ ਲੇਕ ਦਾ ਇੱਕ ਸਰਫੇਸ ਦਿਖਾ ਰਿਹਾ ਮੈਂ ਤੁਹਾਨੂੰ, ਹਾਲਾਂਕਿ ਮੈਂ ਟੱਬ ਜਿਹਾ ਬਣਾਤਾ, ਪਰ ਕੋਈ ਗੱਲ ਨਹੀਂ। ਇਹਦੇ ਵਿੱਚ ਪਾਣੀ ਹੈ ਤੇ ਪਾਣੀ ਦੀ ਤੁਸੀਂ ਡਿਫਰੈਂਟ ਲੇਅਰਸ ਨੂੰ ਇਮੇਜਿਨ ਕਰੋ, ਦੈਟ ਦਿਸ ਇਜ਼ ਦਾ ਲੇਅਰ, ਫਸਟ ਲੇਅਰ, ਇਹ ਪਾਣੀ ਦੀ ਲੇਅਰ ਹੈ ਇੱਕ, ਤੇ ਇਹ ਅਗਲੀ ਲੇਅਰ ਹੈ, ਇਹ ਅਗਲੀ ਲੇਅਰ ਹੈ। ਇਸ ਤਰ੍ਹਾਂ ਲੇਅਰ ਵਾਈਜ਼ ਇਮੇਜਿਨ ਕਰੋ ਪਾਣੀ ਨੂੰ। ਤੇ ਪਾਣੀ ਦੇ ਵਿੱਚ ਕੀ ਹੈ? ਪਾਣੀ 'ਚ ਫਿਸ਼ ਹੈ,
ठीक है। फिश मैं बहुत भैड़ी बना रहा, कोई गल नहीं, इन्ना तुसी चला सकते हो काम, ठीक है। एक इधर भी जा रही है, एक और बना दिए, ठीक है। कितनी भैड़ी बनाई भी, चलो ठीक है। इस तरह बहुत सारे फिशेस ने अंदर। हुण ऊपर हले सब कुछ ठीक है, किश्ती वस्ती चल रही है, सब कुछ ठीक चल रहा है। अचानक आ गया सर्दी का मौसम, सर्दी का मौसम आ गया तो सब तो पहले ठंड बाहर ही पेगी ना। आ बाहर है ना मौसम, का वैदर तो बाहर है ना, खराब होया एकदम तो sir. ठंडा Yes, हो sir. रहा। ਜਦੋਂ ਬਾਹਰ ਦਾ ਵੈਦਰ ਮੰਨ ਲਓ, ਬਾਹਰ ਦੀ ਆ ਜਿਹੜੀ ਲੇਅਰ ਹੈ ਸਭ ਤੋਂ ਉੱਪਰ ਵਾਲੀ ਪਾਣੀ ਦੀ ਲੇਅਰ, ਇਹ ਜਿਹੜੀ ਕੋਈ ਸਭ ਤੋਂ ਬਾਹਰ ਸੀ, ਤਾਂ ਸਭ ਤੋਂ ਬਾਹਰ ਹੋਣ ਦੀ ਵਜ੍ਹਾ ਨਾਲ ਬਾਹਰ ਦੇ ਮੌਸਮ ਦਾ ਇਸ ਤੇ ਅਸਰ ਸਭ ਤੋਂ ਪਹਿਲਾਂ ਪਏਗਾ ਨਾ। Yes, sir. Yes, sir. ਤਾਂ ਇਹ ਬਾਹਰ ਵਾਲੀ ਜਿਹੜੀ ਲੇਅਰ ਹੈ ਇਹ ਠੰਡਾ ਹੋਣਾ ਸ਼ੁਰੂ ਕਰ ਦੇਗੀ, ਇਹ ਠੰਡੀ ਹੋਏਗੀ। ਮੰਨ ਲਓ ਇਹਦੀ ਬਾਹਰਲੀ ਲੇਅਰ ਦਾ ਟੈਂਪਰੇਚਰ ਸੀਗਾ 20 ਡਿਗਰੀ ਸੈਂਟੀਗ੍ਰੇਡ, ਠੀਕ ਹੈ। ਅੰਦਰ ਵੀ ਮੰਨ ਲਓ 20 ਸੀਗਾ, ਨੀਚੇ ਵਾਲੀ ਉਹਦੇ ਜਸਟ ਉਹ ਵੀ 20 ਸੀਗਾ। ਫਿਲਹਾਲ ਮੰਨ ਕੇ ਚੱਲਦੇ ਹਾਂ ਕਿ ਪਹਿਲੀ 3 ਲੇਅਰ ਯੂਨੀਫਾਰਮ ਹੀ ਹੈ, ਜਸਟ ਇਮੇजिन। ਹੁਣ ਬਾਹਰ ਠੰਡਕ ਪੈ ਗਈ, ਬਾਹਰ ਠੰਡੀ ਹੋ ਗਈ, ਤਾਂ ਬਾਹਰ ਵਾਲੀ ਸਭ ਤੋਂ ਉੱਪਰ ਵਾਲੀ ਲੇਅਰ ਜੋ ਹੈ, ਸਭ ਤੋਂ ਅਪਰ ਮੋਸਟ ਲੇਅਰ, ਉਹ 20 ਤੋਂ ਮੰਨ ਲਓ ਹੋ ਗਈ 10 ਡਿਗਰੀ ਸੈਂਟੀਗ੍ਰੇਡ। ਅਗਰ ਉਹ 10 ਡਿਗਰੀ ਸੈਂਟੀਗ੍ਰੇਡ ਹੋਏਗੀ ਤਾਂ ਉਸਦੀ ਡੈਂਸਿਟੀ ਵੱਧ ਜਾਏਗੀ, ਘਟ ਜਾਏਗੀ? Sir, Vajugu. ਵੱਧ ਜਾਏਗੀ। ਵੱਧ ਜਾਏਗੀ ਤਾਂ ਆਹ ਵਾਲਾ ਪਾਣੀ ਜੋ ਉੱਪਰ ਵਾਲੀ ਲੇਅਰ ਦਾ ਹੈ ਇਹ ਨੀਚੇ ਆਏਗਾ ਨਾ ਫਿਰ, है ना? Yes, sir. Yes, sir. ਤੇ ਨੀਚੇ ਵਾਲਾ ਪਾਣੀ ਉੱਪਰ ਜਾਏਗਾ। Yes, sir. फिर इस तरह करते करते ऊपर वाला पानी है वो भी 10 डिग्री हो जाएगा। इस तरह करते 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 सारा पानी ऊपर तो लेके नीचे तक सारा 10 डिग्री हो जाएगा ना एक बार, Yes, sir. क्योंकि बाहर Yes, 10 डिग्री है तो अंदर भी सारा 10 डिग्री हो गया। क्लियर है कि नहीं? Yes, Yes, sir. sir. फिर क्या होगा, बाहर हो ठंड पैगी 5 डिग्री सेंटीग्रेड हो गया, तो बाहर वाला ऊपर वाला हुण कितना हो जाएगा 5 डिग्री, नीचे वाला कितना 10 हो चुका सी ना। Yes, sir. 5 डिग्री ਨਾਲ ਫਿਰ ਉੱਪਰ ਵਾਲੀ ਲੇਅਰ ਹੋਰ ਠੰਡੀ ਹੋਗੀ, ਹੋਰ ਜ਼ਿਆਦਾ ਡੈਂਸ ਹੋ ਜਾਏਗੀ। ਜ਼ਿਆਦਾ ਡੈਂਸ ਹੋਏਗੀ ਤਾਂ ਉੱਪਰ ਵਾਲੀ ਲੇਅਰ ਫਿਰ ਨੀਚੇ ਆਏਗੀ, ਨੀਚੇ ਵਾਲੀ ਉੱਪਰ ਜਾਏਗੀ। मतलब सारे प्रसाद लैन जाते ऊपर, समझो ऊपर जाते हैं, लो जी मिल गया, चलो जी पीछे आ जाओ, चलो जी मैनू आने दो, मैं आगे आ गया, मैनू भी मिल गया प्रसाद, 5 डिग्री हो गया, मैं भी थले आ गया, चलो जी 10 वाले ऊपर आ जाओ। इस तरह करके फिर नीचे 10 वाले एक एक करके ऊपर आते हैं, ऊपर 5 हो के थले आ जाते हैं। पूरी लेक का टैंपरेचर की हो जाता 5 degree. फिलहाल आप समझ लिया, सब कुछ ठीक चल रहा है, ठीक है। मैं ਤੁਹਾਨੂੰ ਕਹਿ ਰਿਹਾ ਪਾਣੀ ਦੀ ਜਿਹੜੀ ਡੈਂਸਿਟੀ ਆ 4 ਡਿਗਰੀ ਤੇ ਹੀ ਮੈਕਸਿਮਮ ਹੁੰਦੀ ਹੈ। ਸੋ ਜਦੋਂ ਇਹ 5 ਤੋਂ 4 ਹੋ ਜਾਏਗਾ ਤਾਂ 4 ਹੋਣ ਤੋਂ ਬਾਅਦ ਕੀ ਹੋਏਗਾ, 4 ਹੋਣ ਤੋਂ ਬਾਅਦ ਸਾਰਾ 4 ਹੋ ਜਾਏਗਾ ਫਿਰ। Yes, sir. Yes, sir. ਇੱਥੇ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ, ਜੋ ਤੁਸੀਂ ਸੋਚ ਰਹੇ ਹੋ ਬਿਲਕੁਲ ਠੀਕ ਸੋਚ ਰਹੇ ਹੋ। ਇਸ ਤਰ੍ਹਾਂ ਸਭ ਕੁਝ ਚੱਲ ਰਿਹਾ ਸੀ, ਮੱਛੀਆਂ ਵੀ 4 ਡਿਗਰੀ ਚ ਬੜੀਆ ਨੀਚੇ ਮौज ਕਰ ਰਹੀਆਂ ਸੀ, ਠੀਕ ਹੈ। ਹੋਇਆ ਕੀ ਹੁਣ 4 ਡਿਗਰੀ ਤੋਂ ਬਾਅਦ ਅਗਰ ਟੈਂਪਰੇਚਰ ਬਾਹਰ ਦਾ 3 ਡਿਗਰੀ ਹੋ ਗਿਆ ਤਾਂ ਸਭ ਤੋਂ ਉੱਪਰ ਵਾਲੀ ਲੇਅਰ 3 ਡਿਗਰੀ ਤੇ ਆਏਗੀ ਨਾ। Yes, sir. Yes, sir. ਪਰ ਨੀਚੇ ਵਾਲੀ ਤਾਂ ਸਾਰੀ ਕਿੱਥੇ ਪਹੁੰਚ ਚੁੱਕੀ ਹੈ, 4 degree. ਤਾਂ ਉੱਪਰ ਵਾਲੀ ਲੇਅਰ ਹੋਰ ਠੰਡੀ ਹੋਣ ਤੋਂ ਬਾਅਦ ਇਸ ਦੀ ਡੈਂਸਿਟੀ ਵਧੀ ਨਹੀਂ, ਡੈਂਸਿਟੀ ਘਟ ਗਈ, ਕਿਉਂਕਿ ਵਾਟਰ ਦੀ ਡੈਂਸਿਟੀ 4 ਡਿਗਰੀ ਸੈਂਟੀਗ੍ਰੇਡ ਤੇ ਮੈਕਸਿਮਮ ਹੋ ਗਈ ਬਸ, ਮੈਕਸਿਮਮ। ਇਸ ਤੋਂ ਬਾਅਦ ਡੈਂਸਿਟੀ ਘਟੇਗੀ। ਹੁਣ ਅਗਰ 3 ਡਿਗਰੀ ਦੀ ਡੈਂਸਿਟੀ ਘਟ ਗਈ ਤਾਂ ਉਹ ਨੀਚੇ ਆਏਗੀ ਲੇਅਰ? Yes, No, sir. sir. No, sir. नहीं आएगी ਹੁਣ, ਕਿਉਂਕਿ ਨੀਚੇ ਵਾਲੀ ਜ਼ਿਆਦਾ ਡੈਂਸ, ਉੱਪਰ ਵਾਲੀ ਹੋਰ ਡੈਂਸਿਟੀ ਘਟ ਗਈ। ਪਹਿਲਾਂ ਡੈਂਸਿਟੀ ਬਰਾਬਰ ਸੀ, ਫਿਰ ਉੱਪਰ ਵਾਲੀ ਉੱਪਰ ਰਹੇਗੀ, ਪ੍ਰਸ਼ਾਦ ਉਹਨੂੰ ਮਿਲ ਜਾਏਗਾ, ਉਹਨੂੰ ਹੋਰ ਪ੍ਰਸ਼ਾਦ ਮਿਲ ਗਿਆ, ਠੰਡ ਥੋੜੀ ਹੋਰ ਵਧ ਗਈ 2 डिग्री, ऊपर वाली 2 डिग्री हो रहेगी, नीचे आएगी नहीं आ पाएगी। फिर 1 डिग्री नीचे आ पाएगी नहीं आ पाएगी, फिर 0 डिग्री नीचे आएगी नहीं आ पाएगी, 0 डिग्री तो बाद जम जाओगे sir. जम जाएगी, यानी ऊपर वाली जम गई ਤੇ ਨੀਚੇ ਵਾਲਾ ਸਾਰੀ ਲੇਕ ਦੇ ਵਿੱਚ ਟੈਂਪਰੇਚਰ ਕਿੰਨਾ ਸੀਗਾ 4 ਡਿਗਰੀ, ਤੇ 4 ਦੇ ਵਿੱਚ ਨੀਚੇ ਪਾਰਟੀ ਚੱਲ ਰਹੀ ਹੈ ਨਾ। Yes, ਸਮਝ sir. ਲੱਗੀ ਗੱਲ? Yes. ਇਸ ਲਈ ਸਾਰੇ ਜਿਹੜੇ ਜੀਵ ਜੰਤੂ ਹੁੰਦੇ ਜਿਹੜੇ ਸਮੁੰਦਰ ਦੇ ਵਿੱਚ ਜਾਂ ਝੀਲਾਂ ਦੇ ਵਿੱਚ ਜਿਹੜੇ ਬਹੁਤ ਠੰਡੇ ਮੁਲਕ ਹੈਗੇ ਨੇ, ਉਹਨਾਂ ਨੂੰ ਕੁਝ ਨਹੀਂ ਹੁੰਦਾ। ਹੁਣ ਦੇਖੋ ਕਿੰਨੀ ਵਧੀਆ ਕੁਦਰਤੀ ਤੌਰ ਤੇ ਆਪਣਾ ਪਾਣੀ ਐਂਡ ਆਲ ਦੈਟ ਦਾ ਬਿਹੇਵੀਅਰ ਇਸ ਤਰ੍ਹਾਂ ਡਿਜ਼ਾਈਨ ਹੈ ਵੀ 4 ਡਿਗਰੀ ਸੈਂਟੀਗ੍ਰੇਡ ਦੇ ਬਾਅਦ ਪਾਣੀ ਦੀ ਡੈਂਸਿਟੀ ਮਤਲਬ ਘਟਦੀ ਹੈ ਨਾ ਕਿ ਵੱਧਦੀ ਹੈ। ਸੋ 4 ਡਿਗਰੀ ਸੈਂਟੀਗ੍ਰੇਡ ਇਜ਼ ਅ ਮਾਰਕ। ਸੋ ਤੁਹਾਨੂੰ ਇਹ ਗੱਲ ਅੱਗੇ ਵੀ ਤੁਹਾਨੂੰ ਚਲੋ ਲੋੜ ਪੈਣੀ ਸੀ, ਮੈਂ ਵੈਸੇ ਅੱਜ ਦੱਸਤਾ ਤੁਹਾਨੂੰ ਕਿਉਂਕਿ ਆਪਾਂ ਹੁਣ ਮੱਛੀਆਂ ਦੀ ਗੱਲ ਖੋਲ ਲਈ ਸੀ। ਆ ਮੰਨ ਲਓ ਇੱਧਰ ਡੈਂਸਿਟੀ ਹੈ, ਇਸ ਸਾਈਡ ਪਲਾਟ ਕਰ ਰਹੇ ਆਪਾਂ ਡੈਂਸਿਟੀ, इधर प्लॉट कर रहे हैं मान लो टेम्परेचर, ठीक है। तो आ 4 डिग्री के ऊपर समझ लो पानी की डेंसिटी मैक्सिमम है,
ਇਸ ਤੋਂ ਬਾਅਦ ਵੀ ਘਟ ਜਾਂਦੀ ਹੈ, ਇਸ ਤੋਂ ਪਹਿਲਾਂ ਵੀ ਘਟ ਜਾਂਦੀ ਹੈ। ਸਮਝ ਲੱਗ ਰਹੀ ਗੱਲ? ਦਿਸ ਇਜ਼ ਦ ਮੈਕਸਿਮਮ ਡੈਂਸਿਟੀ ਸੀ। ਕਲੀਅਰ ਹੋ ਗਈ ਗੱਲ? ਯੈਸ ਸਰ। ਸਰ ਇਸੇ ਫੀਨੋਮੀਨਨ ਨੂੰ ਅਸੀਂ ਐਨੋਮਲਸ ਐਕਸਪੈਂਸ਼ਨ ਆਫ ਵਾਟਰ ਕਹਿੰਦੇ। ਕੀ ਕਹਿੰਦੇ ਆ? ਹਾਂ ਬਿਲਕੁਲ ਬਿਲਕੁਲ, ਬਹੁਤ ਵਧੀਆ। ਅਨੋਮਲਸ ਐਕਸਪੈਂਸ਼ਨ ਆਫ ਵਾਟਰ ਬੋਲਦੇ ਆ। ਵੈਰੀ ਗੁੱਡ। ਇਹ ਕਿਤੇ ਸੁਣਿਆ ਪਹਿਲਾਂ ਤੁਸੀਂ? ਹਾਂਜੀ ਸਰ, ਆਈਸੀਐਸਈ ਦੇ ਸਿਲੇਬਸ ਚ ਹੈ। ਅੱਛਾ ਅੱਛਾ, ਠੀਕ ਹੈ ਸਰ 8ਵੀਂ 9ਵੀਂ ਦੀ ਸੀਬੀਐਸਈ ਚ ਵੀ ਹੈ। ਅੱਛਾ ਅੱਛਾ, ਉੱਥੇ ਆ ਮੱਛੀ ਮੁੱਛੀ ਵਾਲਾ ਵੀ ਹੈਗਾ ਕਹਾਣੀ ਜੀ, ਨਹੀਂ ਸਰ Yes. ਲਿਖਿਆ ਹੋਣਾ ਨਾ ਕ੍ਰਿਟੀਕਲੀ। ਪਰ ਆਪਾਂ ਚਲੋ ਇਹਨੂੰ ਸਮਝ ਲਿਆ ਬਸ ਕਿ ਬੇਸਿਕਲੀ ਉਹ ਕਿਸ ਤਰ੍ਹਾਂ ਹੌਲੀ ਹੌਲੀ ਹੁੰਦਾ ਆ ਤੇ ਉੱਪਰ ਜੰਮਦਾ ਜਾਂਦਾ ਹੈ ਤੇ 4 ਡਿਗਰੀ ਤੇ ਨੀਚੇ ਸੈੱਟ ਹੋ ਜਾਂਦਾ। 4 ਤੋਂ ਵੱਧ ਵਾਲੇ ਤੇ ਕੰਮ ਐਂ ਹੋ ਰਿਹਾ ਸੀ ਕਿ ਪੂਰੀ ਲੇਕ ਦਾ ਆਪਾਂ ਮੰਨ ਸਕਦੇ ਹਾਂ ਟੈਂਪਰੇਚਰ ਠੰਡਾ ਹੁੰਦਾ ਜਾ ਰਿਹਾ ਸੀ। 4 ਤੋਂ ਵੱਧ ਠੰਡਾ ਨਹੀਂ ਹੋ ਪਾਇਆ, ਉੱਪਰ ਹੀ ਜੰਮ ਗਈ ਬਰਫ਼, ਜਿਹੜੀ ਉੱਪਰਲੀ ਲੇਅਰ ਜੰਮੀ ਸੀ। ਸੋ ਇਸੇ ਲਈ ਆਪਾਂ ਸਪੈਸੀਫਿਕ ਗ੍ਰੈਵਿਟੀ ਚ ਕੀ ਕਰਦੇ ਹਾਂ, ਡੈਂਸਿਟੀ ਆਫ ਮਟੀਰੀਅਲ ਬਟਾ ਡੈਂਸਿਟੀ ਆਫ ਵਾਟਰ ਐਟ 4 डिग्री, ਇਹਨੂੰ ਆਪਾਂ ਸਟੈਂਡਰਡ ਮੰਨ ਲਿਆ ਤੇ ਕੰਪੇਅਰ ਕਰਕੇ ਕਹਿ ਦਿੰਦੇ ਆ ਸਪੈਸੀਫਿਕ ਗ੍ਰੈਵਿਟੀ। ਯਾਨੀ ਅਗਰ ਕਿਸੇ ਮਟੀਰੀਅਲ ਦੀ ਸਪੈਸੀਫਿਕ ਗ੍ਰੈਵਿਟੀ of a material अगर कोई कह दे 4 है या 2 है मान लो, ਇਹਦਾ ਮਤਲਬ ਹੈ ਕਿ ਪਾਣੀ ਦੀ ਜਿੰਨੀ ਵੀ ਡੈਂਸਿਟੀ ਹੁੰਦੀ ਹੈ 4 ਡਿਗਰੀ ਤੇ ਉਸ ਤੋਂ ਦੁੱਗਣੀ ਡੈਂਸਿਟੀ ਹੈ ਮਟੀਰੀਅਲ, ਹੈ ਨਾ? ਯੈਸ ਬਸ ਇਹਦਾ ਮਤਲਬ ਆਏਗਾ the density of the material is given by density of material by density of water at 4 degree is equal to 2, specific gravity यही है 2। ਇਹਦਾ ਮਤਲਬ ਉਸ density of material ਜੋ ਹੋਏਗੀ 2 times the density of water at 4 degree ਹੋਏਗੀ। ਇਹਦਾ ਮਤਲਬ ਆ ਹੁੰਦਾ specific gravity ਬੋਲਦੇ। ਚਲੋ ਆਪਾਂ ਬਸ ਇਹ ਆਪਣੇ ਲਈ ਕੀ ਮਤਲਬ ਸੀ ਪਤਾ ਆਪਣੇ ਯੂਨਿਟ ਲੈਸਨ ਆ। ਹਾਂਜੀ ਯੂਨਿਟ ਲੈਸਨ ਆ ਇਹ। ਹਾਂਜੀ specific ਬਿਲਕੁਲ, ਇਹ gravity। ਜਸਟ ਅ ਨੰਬਰ ਹੈ, ਇਟਸ ਜਸਟ ਅ ਨੰਬਰ। ਠੀਕ ਹੈ ਗੱਲ? ਇਸ ਤਰ੍ਹਾਂ ਹੀ ਕੁਝ ਹੋਰ ਚੀਜ਼ਾਂ ਤੁਸੀਂ ਆਪਣੇ ਨੋਟ 'ਚ ਐਡ ਕਰਨੀਆਂ ਨੇ, ਜਿਵੇਂ ਕਿ 10 ਦੀ ਪਾਵਰਸ ਨੂੰ ਆਪਾਂ ਕੋਈ ਨਾਮ ਦਿੰਦੇ ਹਾਂ, ਜਿਵੇਂ ਫੋਰ ਐਗਜ਼ਾਮਪਲ ਮੰਨ ਲਓ 10 raised to power -3 ਹੈ, ਇਹਦਾ ਕੀ ਨਾਮ ਰੱਖਦੇ ਆਪਾਂ? ਮਿਲੀ। ਇਹਨੂੰ ਆਪਾਂ ਸਮਾਲ m ਨਾਲ ਡਿਨੋਟ ਕਰਦੇ ਹਾਂ। ਸਮਝ ਲੱਗੀ ਗੱਲ? ਯੈਸ ਸਰ। ਠੀਕ ਹੈ, ਤੇ ਇਹ ਸਮਾਲ m ਜਿਹੜਾ ਹੈ ਇਹ ਯਾਦ ਰੱਖਣਾ, ਇਹ ਪ੍ਰੀਫਿਕਸ ਹੁੰਦਾ ਆ, ਇਹ ਪਹਿਲਾਂ ਲੱਗਦਾ ਆ ਲੈਫਟ, ਹੈ ਨਾ? ਜਿਵੇਂ ਮਿਲੀਮੀਟਰ, ਮੀਟਰ ਮਿਲੀ ਨਹੀਂ ਕਹਿਣਾ ਉਹਨੂੰ। ਠੀਕ ਹੈ, ਇਹਦਾ ਮਤਲਬ ਹੈ ਕਿ 1 mm ਮਤਲਬ 1 ਮਿਲੀਮੀਟਰ, ਯਾਨੀ 10 raised to power -3 ਮੀਟਰ। ਸਮਝ ਲੱਗੀ ਗੱਲ? ਯੈਸ ਸਰ। 10 raised to power -6 ਨੂੰ ਕੀ ਕਹਿੰਦੇ ਆ? ਮਾਈਕਰੋ। ਮਾਈਕਰੋ। ਯੈਸ, ਮਾਈਕਰੋ। ਐਂਡ ਇਸ ਦੇ ਲਈ ਸਿੰਬਲ ਅਸੀਂ ਆ ਯੂਜ਼ ਕਰਦੇ ਹਾਂ, ਮਿਊ, ਇਸ ਤਰ੍ਹਾਂ ਮਿਊ। ਠੀਕ ਹੈ, ਇਹ ਵੀ ਪ੍ਰੀਫਿਕਸ ਹੈ। ਤੇ 1 ਮਾਈਕਰੋਮੀਟਰ ਜਿਹੜਾ ਹੋਏਗਾ 10 raised to power -6 ਮੀਟਰ ਹੋਏਗਾ। 1 ਮਾਈਕਰੋ ਕੂਲੰਬ ਹੋਏਗਾ 10 raised to power -6 ਕੂਲੰਬ। ठीक है, कुछ भी बोले माइक्रो मतलब 10 raised to power -6 है। ठीक है, यस हाँ जी सर 1 माइक्रो सेंटीमीटर 10 raised to power -8 ਹੋਊਗਾ। ਸੈਂਟੀਮੀਟਰ ਨਹੀਂ, ਮਾਈਕਰੋ ਤੇ ਸੈਂਟੀ ਇਕੱਠਾ ਨਹੀਂ ਲਗਾਵਾਂਗੇ ਆਪਾਂ ਇੱਥੇ, ਕਿਉਂਕਿ ਸੈਂਟੀਮੀਟਰ ਆਪਣੇ ਆਪ 'ਚ ਸੈਂਟੀ ਲੱਗਿਆ ਹੈ ਨਾ ਉਹਦੇ ਅੱਗੇ, ਹਾਂਜੀ ਸਰ। ਹਨਾ? ਜਿਵੇਂ 10 raised to power -2 ਲੱਗਿਆ ਹੈ ਉਹਦੇ ਪਿੱਛੇ, ਜੋ ਮੈਂ ਇਹਦੇ ਉੱਪਰ ਲਿਖ ਦਿੰਦਾ, ਮੈਂ ਲਿਖਣਾ ਉੱਪਰ ਚਾਹੀਦਾ ਸੀ। 10 raised to power -2 ਜਿਹੜਾ ਆ ਉਹ ਬੇਸਿਕਲੀ ਕੀ ਹੈ? ਸੈਂਟੀ ਹੈ ਨਾ। ਠੀਕ ਹੈ ਸਰ ਜੇਕਰ ਆਪਾਂ ਮਾਈਕਰੋਗ੍ਰਾਮ ਕਹੀਏ 1 ਮਾਈਕਰੋਗ੍ਰਾਮ। ਹਾਂ ਦੇਖੋ, ਆਪਾਂ ਗ੍ਰਾਮ ਦੀ ਗੱਲ ਕਰ ਸਕਦੇ ਹਾਂ, ਜਿਵੇਂ ਗ੍ਰਾਮ ਹੈ G, ਮੀਟਰ ਹੈ M, ਸੈਕਿੰਡ ਹੈ S, ਕੂਲੰਬ ਹੈ C, ਐਂਪੀਅਰ ਹੈ A। ਆ ਆਪਣੀਆਂ ਬੇਸਿਕ ਯੂਨਿਟਸ ਹੈਗੀਆਂ ਨਾ, ਇਹਨਾਂ ਦੇ ਅੱਗੇ ਪਿੱਛੇ ਲਗਾ ਸਕਦੇ ਆਪਾਂ ਕੁਝ ਵੀ, ਜਿਵੇਂ ਮਾਈਕਰੋਮੀਟਰ ਮਾਈਕਰੋਗ੍ਰਾਮ ਹੋ ਸਕਦਾ ਹੈ। ठीक है, ग्राम दा सर। हाँ जी सर, मास को केजी में नहीं करते? हाँ करते हैं, पर मास को सिर्फ केजी में ही करते हैं ऐसा तो जरूरी नहीं है ना, उसमें भी बेसिकली किलो लग जाता है ना, फिर केजी में तो किलो लग गया। किलो मतलब वो 10 की पावर्स वाला काम हो गया, वो ज्यादा पॉजिटिव पावर्स वाला। सर मतलब कि ਅਸੀਂ ਸਿਰਫ ਇੱਕ ਹੀ ਸਫਿਕਸ ਜਿਹੜਾ ਯੂਜ਼ ਕਰ ਸਕਦੇ ਹਾਂ। ਹਾਂ ਕਈ ਵਾਰ ਪਤਾ ਕੀ ਕਰਦੇ ਹਾਂ ਅਸੀਂ, ਕਈ ਵਾਰ ਦੱਸਦਾ ਤੁਹਾਨੂੰ, ਦੋ ਸਫਿਕਸ ਇੱਕ ਯੂਜ਼ ਵੀ ਹੁੰਦੇ, ਕਿਵੇਂ ਯੂਜ਼ ਹੁੰਦੇ ਮੈਂ ਤੁਹਾਨੂੰ ਦੱਸਦਾ ਵਾਂ। ਜਿਵੇਂ ਤੁਸੀਂ ਇਸ ਨੂੰ ਇਸ ਤਰ੍ਹਾਂ ਲਿਖੋ, ਇੱਕ 10 raised to power 0 ਤਾਂ ਬੇਸਿਕਲੀ 1 ਹੀ ਹੋ ਗਿਆ ਨਾ, ਉਹ ਤਾਂ ਫਿਰ ਤੁਸੀਂ ਯੂਨਿਟੀ ਲਿਖੋਗੇ ਉਹਦੀ ਜਗ੍ਹਾ ਤੇ, ਹਨਾ? ਬੇਸਿਕਲੀ ਜਿਵੇਂ 10 raised to power 1 ਤੋਂ ਬਾਅਦ 10 raised to power 3 ਲਿਖਦੇ ਹਾਂ ਅਗਰ ਅਸੀਂ, ਤਾਂ ਬੇਸਿਕਲੀ ਇਹਦੇ ਲਈ ਅਸੀਂ ਕੀ ਯੂਜ਼ ਕਰਦੇ ਹਾਂ? ਪ੍ਰੀਫਿਕਸ ਕਿਲੋ। ਠੀਕ ਆ। 10 raised to power 6 ਲਈ ਅਸੀਂ ਯੂਜ਼ ਕਰਦੇ ਹਾਂ
ਮੈਗਾ ਯੂਜ਼ ਕਰ ਲੈਣੇ ਆ ਵੈਸੇ मेगा ਠੀਕ ਹੈ 10⁻9 ਲਈ गीगा ਗੀਗਾ ਤੇ 10⁻12 ਲਈ ਟੈਰਾ ਜਿਵੇਂ ਇਹ ਕੰਪਿਊਟਰ ਵਿੱਚ ਨਹੀਂ ਹੁੰਦਾ ਮੈਗਾ ਬਾਈਟਸ ਗੀਗਾ ਬਾਈਟਸ ਟੈਰਾ ਬਾਈਟਸ ਹਨਾ ਇਹ Yes, ਕਿਵੇਂ sir. ਚੱਲਦਾ ਹੈ ਤੇ ਇਹ ਚ ਕੀ ਹੈ ਕੰਪਿਊਟਰ ਵਿੱਚ ਨਾ 1000 ਦਾ ਡਿਫਰੈਂਸ ਨਹੀਂ ਹੁੰਦਾ 1024 ਹੁੰਦਾ ਕੰਪਿਊਟਰ ਦੇ ਕੇਸ ਠੀਕ ਹੈ ਪਰ ਆਪਾਂ ਫਿਜ਼ਿਕਸ ਵਿੱਚ 1000 ਲੈ ਕੇ ਚੱਲਦੇ ਜ਼ਿਆਦਾਤਰ ਠੀਕ ਹੈ ਸਰ ਬਾਈਟ ਕਿੰਨਾ ਹੁੰਦਾ BYTE ਬਾਈਟ ਅਸਲ ਵਿੱਚ ਨਾ ਮੈਮਰੀ ਯੂਨਿਟਸ ਦਾ ਬਾਰੇ ਨਾ ਕੰਪਿਊਟਰ ਵਾਲੇ ਬੱਚਿਆਂ ਨੂੰ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਤੁਸੀਂ 10th ਕਲਾਸ ਕੰਪਿਊਟਰ ਪੜਿਆ तो शायद 1 बाइट इज इक्वल टू 4 बिट्स होता है ਆਈ ਥਿੰਕ 8 ਬਿਟਸ 8 ਬਿਟਸ ਹੁੰਦਾ ਸਰ 8 ਬਿਟਸ ਹੁੰਦਾ 1 ਬਾਈਟ ਤੇ ਉਸ ਤੋਂ ਬਾਅਦ ਫਿਰ ਤੁਸੀਂ ਅੱਗੇ ਫਿਰ ਉਹਨੂੰ ਅਗਰ ਕਿਲੋ ਬਾਈਟ ਲਓਗੇ ਤਾਂ 1024 ਬਾਈਟਸ है ना 1 किलो बाइट्स अगर लोगे then 1024 बाइट्स अगर 1 ਤੁਸੀਂ ਮੈਗਾਬਾਈਟ ਲਓਗੇ ਤਾਂ ਉਹ ਚ 1024 ਕਿਲੋ ਬਾਈਟਸ ਹੁੰਦੀਆਂ ਨੇ ਫਿਰ ਉਹ 1024 ਨੂੰ ਦੁਬਾਰਾ ਗੁਣਾ ਕਰੋਗੇ ਤਾਂ ਇਸੇ 10/6 ਲਿਖਿਆ ਹੈ ਬਸ ਹੈ ਨਾ ਆਪ ਮੈਮਰੀ ਵਾਲਾ ਪੰਗਾ ਇੱਥੇ ਨਾ ਲਾਇਓ ਵੀ ਇੱਥੇ ਆਪਣੇ ਫਿਜ਼ਿਕਸ ਵਿੱਚ ਨਹੀਂ ਆਪਣੇ ਮੈਗਾ ਨਾਲ 10⁻6 ਗੀਗਾ 10⁻9 ਟੈਰਾ 10⁻12 ਬਸ ਵਾਪਸ ਜਦੋਂ ਇੱਧਰ ਨੂੰ ਜਾਓਗੇ ਨਾ 10⁻−1 ਅਗਰ ਕਰਦੇ ਹੋ ਤੁਸੀਂ ਤਾਂ ਇੱਥੇ ਆਪਣੇ ਕੋਲ ਹੁੰਦਾ ਡੈਸੀ ਕੀ ਬੰਦੇ ਯੂਜ਼ ਕਰਦੇ ਆ ਡੈਸੀ ਮਤਲਬ DEC ਡੈਕ ਮਤਲਬ 10 ਹੁੰਦਾ ਠੀਕ ਹੈ ਤੇ ਡੈਸੀ ਦਾ ਮਤਲਬ ਹੁੰਦਾ ਆ ਕਿ 1/10 ਸਮਝ ਲੱਗੀ ਗੱਲ ਯੈਸ ਸਰ ਸੈਂਚੁਰੀ ਤੁਸੀਂ ਸੁਣਿਆ ਸਚਿਨ ਤੇਂਦੁਲਕਰ ਨੇ ਸੈਂਚੁਰੀ ਮਾਰੀ ਸੈਂਚੁਰੀ 100 ਸਾਲ ਸੈਂਚੁਰੀ 100 ਸਕੋਰ ਹਨਾ ਸੈਂਚੁਰੀ ਤੋਂ ਸੈਂਟ ਕੱਢ ਲਿਆ ਸੈਂਟ ਮਤਲਬ 100 ਮਤਲਬ 100ਵਾਂ ਹਿੱਸਾ ਕਿਸੇ ਵੀ ਚੀਜ਼ ਦਾ 100ਵਾਂ ਹਿੱਸਾ ਉਹਨੂੰ ਸੈਂਟੀ ਬੋਲ ਦਿੰਦੇ ਆ ਤਾਂ ਉਹ ਆਏਗਾ ਸੌਰੀ ਕੀ ਲਿਖਣਾ ਮੈਂ 10⁻2 ਸੈਂਟੀ ਤੋਂ ਬਾਅਦ ਆਉਂਦਾ ਮਿਲੀ 10⁻³ -3 ਮਿਲੀ ਤੋਂ ਬਾਅਦ ਆਪਾਂ ਮਾਈਕਰੋ ਯੂਜ਼ ਕਰਦੇ ਆ ਫਿਰ 10⁻6 ਫਿਰ ਮਾਈਕਰੋ ਤੋਂ ਬਾਅਦ ਨੈਨੋ ਯੂਜ਼ ਕਰ ਲੈਂਦੇ ਆਪਾਂ 10⁻⁻9 ਠੀਕ ਹੈ ਨੈਨੋ ਤੋਂ ਬਾਅਦ ਫਿਰ ਆਪਾਂ ਪੀਕੋ ਯੂਜ਼ ਕਰ ਲੈਂਦੇ ਆ ਪੀਕੋ 10⁻12 ਠੀਕ ਹੈ ਯਾਨੀ 1 ਪੀਕੋਮੀਟਰ ਜਿਹੜਾ ਹੋਏਗਾ ਉਹ 10⁻12 ਮੀਟਰ ਹੋਏਗਾ ਕਈ ਲੋਕ ਇਹਨੂੰ ਕਹਿੰਦੇ ਨੇ ਤੁਸੀਂ ਐ ਕਿਉਂ ਨਹੀਂ ਕਰ ਲੈਂਦੇ 10⁻6 into 10⁻6 into ਮੀਟਰ ਤੇ ਉਹ ਕਹਿੰਦੇ ਇਹਨੂੰ ਐ ਕਰੋ 1 ਮਾਈਕਰੋਮੀਟਰ ਲਿਖ ਦਿਓ ਤਾਂ ਇਹ ਸਰ ਜਾਂਦਾ ਕਈ ਜਗ੍ਹਾ ਇਸ ਤਰ੍ਹਾਂ ਯੂਜ਼ ਕਰਦੇ ਆ ਅਸੀਂ 12th ਕਲਾਸ ਇਸ ਤਰ੍ਹਾਂ ਦੇ ਕਈ ਜਗ੍ਹਾ ਤੇ ਆਉਂਦਾ ਹੈ ਤੁਹਾਨੂੰ ਤੰਗ ਹੋਣ ਦੀ ਲੋੜ ਨਹੀਂ ਬਸ ਇੱਥੇ ਹੀ ਯੂਜ਼ ਕਰਦੇ ਬਾਕੀ ਸਾਰਿਆਂ ਨੂੰ ਆਪਸ ਵਿੱਚ ਆਪਾਂ ਮਿਕਸ ਨਹੀਂ ਕਰਦੇ ਕਲੀਅਰ ਹੈ ਯੈਸ ਸਰ ਹੁਣ ਜਿਵੇਂ ਡੈਸੀਮੀਟਰ ਹੈ 1 ਡੈਸੀਮੀਟਰ ਕੀ ਹੋਏਗਾ ਦੇਖੋ ਡੈਸੀਮੀਟਰ will be equal to 10⁻⁻1 मीटर है ना यस सर यानी कि 1 डेसीमीटर is equal to 1/10 मीटर यानी एक मीटर च कितने डेसीमीटर होंगे 10 डेसीमीटर 10 डेसीमीटर हूं सेंटीमीटर क्योंकि 100वां हिस्सा है इसलिए 1 मीटर च 100 सेंटीमीटर होंगे ठीक है यस सर हाँ जी रिदम ਸਰ ਜੋ ਤੁਹਾਨੂੰ ਉੱਪਰ ਐਕਸਪ੍ਰੈਸ਼ਨ ਲਿਖਿਆ 1 ਪਿਕੋਮੀਟਰ ਇਜ਼ ਇਕੁਅਲ ਟੂ ਸਰ ਇਸ ਦਾ ਮਤਲਬ ਹਾਂਜੀ ਸਰ ਇਸ ਦਾ ਮਤਲਬ ਐਵੇਂ ਆ ਵੀ 1 ਮੀਟਰ ਦੇ ਅਗਰ ਆਪਾਂ 1 ਟ੍ਰਿਲੀਅਨ ਹਿੱਸੇ ਕਰਾਂਗੇ ਤਾਂ ਹਰ ਇੱਕ ਤਾਂ ਉਹ 1 ਪਿਕੋਮੀਟਰ ਹੋਏਗਾ ਬਿਲਕੁਲ ਸਹੀ ਹੈ एकदम ਠੀਕ ਹੈ ਤੇ ਇੱਥੇ ਪੀਕੋ ਵਾਲਾ ਜਿਹੜਾ P ਹੈ ਨਾ ਉਹ ਸਿਰਫ ਨੰਬਰ ਹੈ ਆ ਮੀਟਰ ਤਾਂ ਬਾਅਦ ਚ ਲੱਗਿਆ ਹੋਇਆ ਅੱਜ ਕੋ ਨਾਲ ਐਵੇਂ ਹੀ ਹੈ ਹਨਾ Yes. सेंटीमीटर च भी सेंटी है 10⁻2 मीटर का नाम ਤੁਸੀਂ ਲਾਓ सेंटीग्राम लगा दो फिर उन्हें ग्राम लगा दो ਨਾਲ ਸਮਝ ਲੱਗੀ ਗੱਲ ਸੋ ਇਹ ਆਪਾਂ ਕਈ ਵਾਰ ਯੂਜ਼ ਕਰਦੇ ਹਾਂ ਨਾ ਭੁੱਲਿਓ ਕਦੀ ਵੀ ਇੱਕ ਤਾਂ ਚੀਜ਼ ਹੋ ਗਈ ਇਸ ਚੀਜ਼ ਨੂੰ ਵੀ ਤੁਸੀਂ ਨਾਲ ਐਡ ਕਰ ਸਕਦੇ ਹੋ ਤੇ ਇੱਕ ਆਪਣੇ ਕੋਲ ਜਿਵੇਂ ਇਲੈਕਟ੍ਰਿਸਿਟੀ ਦੀ ਕੁਝ ਯੂਨਿਟਸ ਆਪਾਂ ਲਿਖ ਦਿੰਨੇ ਆਪਾਂ ਉਸੇ ਵਿੱਚ ਹੀ ਆਪਣੇ ਇਲੈਕਟ੍ਰਿਕ ਪੋਟੈਂਸ਼ੀਅਲ ਜਿਵੇਂ ਆ ਗਿਆ ਮੰਨ ਲਓ इलेक्ट्रिक पोटेंशियल ਤੁਸੀਂ ਡਿਫਾਈਨ ਤਾਂ ਕੀਤਾ ਸੀ ਨਾ ਯੈਸ ਵਰਕ ਡਨ ਯੈਸ ਹਾਂ ਕੀ ਹੁੰਦਾ ਹੈ ਵਰਕ ਡਨ ਟੂ ਟੇਕ ਦਾ ਯੂਨਿਟ ਪੋਜ਼ਿਟਿਵ ਚਾਰਜ ਨਾ ਵਰਕ ਬਨ ਚਾਰਜ ਹੁੰਦਾ ਯੈਸ ਸਭ ਤੋਂ ਪਹਿਲਾਂ ਚਾਰਜ ਦੀ ਡਾਈਮੈਂਸ਼ਨਸ ਕੀ ਹੋਣਗੀਆਂ ਕੂਲਮ ਨਹੀਂ ਕੂਲਮ ਦੇਖੋ ਇਸ ਲਈ ਮੈਂ ਪੁੱਛਿਆ ਗੱਲ ਨੂੰ ਸਮਝੋ ਹੁਣ ਮੇਰੀ ਗੱਲ ਦੁਬਾਰਾ ਫੰਡਾਮੈਂਟਲ ਯੂਨਿਟ ਯੂਜ਼ ਕਰਾਂਗੇ ਸਰ ਕਰੰਟ ਸਾਰੇ ਸੁਣੋ ਆਪਣੇ ਕੋਲ ਐਸਆਈ ਦੇ ਵਿੱਚ AL
ਸੁਣ ਲਓ ਮੇਰੀ ਗੱਲ ਸੁਣੋ ਸਾਰੇ। SI ਸਿਸਟਮ ਦੇ ਵਿੱਚ ਆਪਣੇ ਕੋਲ 7 ਫੰਡਾਮੈਂਟਲ ਕੁਆਂਟੀਟੀਜ਼ ਹੁੰਦੀਆਂ ਨੇ, ਸਿਰਫ 7, ਤੇ ਡਾਇਮੈਂਸ਼ਨ ਦਾ ਮਤਲਬ ਹੁੰਦਾ ਫੰਡਾਮੈਂਟਲ ਦੀ ਟਰਮ ਚ ਲਿਖਣਾ। ਇਹ 7 ਵਿੱਚ ਇੱਕ ਤਾਂ ਮਾਸ ਹੈਗੀ ਹੈ, ਲੈਂਥ ਹੈ, ਟਾਈਮ ਹੈ, टेम्परेचर है, करंट है ना, इलेक्ट्रिक करंट है, क्वांटिटी ऑफ मैटर है, ते ल्यूमिनस इंटेंसिटी है ना, आपा मैं सीधे यूनिट लिखती है ना दी। तो बेसिकली चार्ज तो है ही नहीं, सिर्फ चार्ज नु इन्हां दी टर्म्स विच लिखना है। सो चार्ज की हुंदा, करंट इनटू टाइम हुंदा है ना, IT बन जाए। सो तुसी करंट वाला A लिखोगे, टाइम वाला T लिखोगे, AT, दिस इज द डायमेंशन। ये बड़ी इंपॉर्टेंट है, चार्ज दी पता होनी चाहिए तुहानू। ਹੁਣ ਆ ਜਾਂਦੇ ਆ ਪੋਟੈਂਸ਼ੀਅਲ ਤੇ। ਇਲੈਕਟ੍ਰਿਕ ਪੋਟੈਂਸ਼ੀਅਲ ਦੀ ਡਾਇਮੈਂਸ਼ਨ ਕੀ ਹੋਏਗੀ? ਵਰਕ ਦੀ ਡਾਇਮੈਂਸ਼ਨ ਆਈ ਹੈ ਨਾ, डिवाइड बाय चार्ज ਦੀ ਡਾਇਮੈਂਸ਼ਨ। ਤਾਂ ਪੋਟੈਂਸ਼ੀਅਲ ਦੀ ਡਾਇਮੈਂਸ਼ਨ ਕੀ ਆਏਗੀ? ml2 t power -3 into a power -1, this is the dimension of electric potential। समझ लगी गल? जगह पर सर A को I लिख रखा है। हैं सर A को एम्पियर की I लिख रखा है सर, उसको कहाँ लिख रखा है I? सर कहीं कहीं जगह पर। नहीं नहीं, हम कैपिटल A लिखेंगे। करंट को हम I कह देते हैं, हम करंट को I ऐसे नोट कर देते हैं कि करंट I है, पर यूनिट्स इसकी एम्पियर होती है ना, तो हम एम्पियर वाला कैपिटल A हमने यहां से चोरी कर लिया। ठीक है, यस सर। इस तो अलावा तुसी एक चीज की थी, रेजिस्टेंस। रेजिस्टेंस ते रेजिस्टेंस दे ਲਈ ਕੀ ਹੁੰਦਾ ਸੀ ਫਾਰਮੂਲਾ? R is equal to rho L by रेजिस्टेंस ਹੁੰਦਾ ਸੀ, ਹਾਂ rho L by A ਵੀ ਹੁੰਦਾ ਸੀ, V by A ਵੀ ਤਾਂ ਹੁੰਦਾ ਸੀ ਨਾ, V by I ਸੌਰੀ। Yes, sir. sir तो V by I ਤੇ ਇਹਦੀ ਫਿਰ ਡਾਇਮੈਂਸ਼ਨਸ ਕੀ ਬਣਨਗੀਆਂ? V ਦੀ ਡਾਇਮੈਂਸ਼ਨਸ by I ਦੀ ਡਾਇਮੈਂਸ਼ਨਸ। ਤੇ V ਦੀ ਡਾਇਮੈਂਸ਼ਨਸ ਕੀ ਹੈ? ml2 -3 a -1 and divided by I ਦੀ ਡਾਇਮੈਂਸ਼ਨ ਕੀ ਹੈ? ਕਰੰਟ A only, ਡਾਇਮੈਂਸ਼ਨ A ਹੈ ਨਾ, I ਤਾਂ ਸਿੰਬਲ ਹੈ। ਕੀ ਬਣੇਗਾ ਫਿਰ? ml2t -3 a -2। ਯੈਸ, ਨਾਓ ਯੂ ਨੋ ਕਿ ਕਿਸ ਤਰ੍ਹਾਂ ਅਸੀਂ ਡਾਇਮੈਂਸ਼ਨਸ ਕੱਢ ਸਕਦੇ ਇਸ ਤਰ੍ਹਾਂ। ਹੁਣ ਬਾਕੀ ਕੁਆਂਟੀਟੀਜ਼ ਵੀ ਸਮਝ ਆਣਗੀਆਂ ਤੁਹਾਨੂੰ ਹੌਲੀ ਹੌਲੀ। ਇਹਦੀ ਹੁਣ ਲੋੜ ਨਹੀਂ ਸੀ ਪੈਣੀ, ਆਪਣੇ ਕੁਐਸਚਨ ਸਾਰੇ ਹੋ ਗਏ ਨਾ, ਇਹਦੀ ਲੋੜ ਵੀ ਨਹੀਂ ਪਈ, ਇਸ ਲਈ ਤੁਹਾਨੂੰ ਉਸ ਟਾਈਮ ਨਹੀਂ ਦੱਸੀ ਸੀ। ਠੀਕ ਹੈ ਸਰ ਕਾਪੀ ਦੇ ਵਿੱਚ ਐਰਰ ਐਨਾਲਿਸਿਸ ਟੌਪਿਕ ਸ਼ੁਰੂ ਕੀਤਾ ਹੋਇਆ ਸਰ, ਉਸ ਤੋਂ ਬਾਅਦ ਲਿਖ ਲਈਏ ਇਹ ਸਾਰੀਆਂ ਚੀਜ਼ਾਂ? ਹਾਂ ਹਾਂ ਲਿਖ ਲਓ, ਉਹ ਚ ਤਾਂ ਮੈਂ ਕੁਝ ਵੀ ਨਹੀਂ ਦੱਸਿਆ, ਸਿਰਫ ਰਿਪੋਰਟ ਕਰਨਾ ਦੱਸਿਆ ਤੁਹਾਨੂੰ ਕਿ ਰਿਪੋਰਟਿੰਗ ਕਿਵੇਂ ਕਰਨੀ ਨਾ ਉਹਦੀ। ਓਕੇ ਸਰ। ਉਹ ਰਿਪੋਰਟਿੰਗ ਕਦੀ ਪੇਪਰ 'ਚ ਆਏਗੀ ਵੀ ਨਹੀਂ। ਠੀਕ ਹੈ, ਉਹ ਤਾਂ ਤੁਹਾਨੂੰ ਮੈਂ ਵੈਸੇ ਦੱਸ ਰਿਹਾ ਸੀ ਕਿ ਲੈਂਥ ਮੇਜਰ ਕਰਨੀ ਹੋਵੇ ਆਪਾਂ 5 ਵਾਰ ਮੇਜਰ ਕਰਾਂਗੇ, ਫਿਰ ਡਿਵਾਈਡ ਕਰਕੇ ਫਿਰ ਟਰੂ ਵੈਲਿਊ ਆ ਜਾਏਗੀ, ਫਿਰ ਮਾਈਨਸ ਕਰ ਕਰਕੇ ਆਪਾਂ ਦੇਖਾਂਗੇ ਐਰਰ ਕਿੰਨਾ ਕਿੰਨਾ ਆਇਆ, ਐਰਰ ਦਾ ਵੀ ਮੀਨ ਲੈ ਲਾਂਗੇ, ਪਲੱਸ ਮਾਈਨਸ ਪਾ ਕੇ ਲਿਖ ਦਾਂਗੇ ਬਸ। ਠੀਕ ਹੈ, ਤੇ ਇਹ ਤਾਂ ਆਪਾਂ ਬਸ ਆਪਣੀ ਰਹਿੰਦ ਖੂੰਦ ਆਪਣੇ ਤੁਹਾਡੇ ਡਾਊਟਸ ਤੋਂ ਬਾਅਦ ਆਪਾਂ ਕਰ ਰਹੇ। ਹਾਂਜੀ ਰਿਦਮ ਸਰ, ਜੋ ਰੈਜ਼ਿਸਟੈਂਸ ਦੇ ਫਾਰਮੂਲੇ ਵਿੱਚ ਰੋ ਹੈ ਉਹ ਡਾਇਮੈਂਸ਼ਨਲ ਕਾਂਸਟੈਂਟ ਹੈ। ਹਾਂ, ਉਹ ਆਪਾਂ ਦੇਖਦੇ ਹਾਂ ਹੁਣੇ, ਉਹ ਵੀ ਕਰਨ ਜਾ ਰਹੇ ਹਾਂ। ਠੀਕ ਹੈ, ਜਿਵੇਂ ਹੁਣ ਦੇਖੋ ਰੋ ਕੀ ਹੋਏਗਾ ਫਿਰ? R is equal to rho L by A ਨਾ, ਐਂਡ ਇਹ ਕਾਂਸਟੈਂਟ ਹੁੰਦਾ ਹੈ ਫॉर ਅ ਮਟੀਰੀਅਲ, ਹੈ ਨਾ, ਹਰ ਮਟੀਰੀਅਲ ਦੀ ਅਲੱਗ-ਅਲੱਗ ਹੁੰਦਾ ਹੈ। ਰੋ ਦੀ ਡਾਇਮੈਂਸ਼ਨਸ ਕਿਵੇਂ ਆਣਗੀਆਂ ਫਿਰ? R ਦੀ ਡਾਇਮੈਂਸ਼ਨ ਲਓ, ਮਲਟੀਪਲਾਈ ਕਰੋ ਏਰੀਆ ਦੀ ਡਾਇਮੈਂਸ਼ਨ, ਹੇਅਰ A is ਏਰੀਆ। ਯਾਦ ਰੱਖਣਾ, ਇੱਥੇ ਪਤਾ ਕੀ ਪ੍ਰੋਬਲਮ ਆ ਜਾਏਗੀ, ਬੱਚੇ ਕਨਫਿਊਜ਼ ਰਹਿਣਗੇ ਇਸ A ਤੇ ਉਸ A ਦੇ ਵਿੱਚ। ਇਹ ਤੁਹਾਡੀ ਹੁਣ ਤੁਹਾਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਤੁਸੀਂ ਇਸ ਚ ਕਨਫਿਊਜ਼ ਨਹੀਂ ਹੋਣਾ। ਇੱਥੇ A ਦਾ ਮਤਲਬ ਏਰੀਆ, ਤੁਸੀਂ ਚਾਹੇ ਛੋਟਾ A ਲਿਖ ਲਓ। ਠੀਕ ਹੈ, कंफ्यूज नहीं होना। ते की होएगा? डिवाइडेड बाय लेंथ ऑफ द वायर। ते रेजिस्टेंस दी डायमेंशंस लिख चुके हो ना, ml2 t -3 a -2। यस, एंड एरिया दी डायमेंशन l2। लेंथ दी डायमेंशन l। एक l कैंसिल, ये बन जाएगा ml3 t -3 a -2। these are the dimensions of rho। ठीक है, समझ लगी गल? यस सर। yes sir तो you can मतलब कि ਤੁਸੀਂ ਇਸ ਚੀਜ਼ ਨੂੰ ਜਿੰਨਾ ਮਰਜ਼ੀ ਇਲੈਬੋਰੇਟ ਕਰ ਸਕਦੇ ਹੋ। ਡਾਇਮੈਂਸ਼ਨਸ ਪਤਾ ਲੱਗ ਗਈਆਂ, ਇੱਕ ਇੱਕ ਚੀਜ਼ ਪਤਾ ਲੱਗੀ ਆ ਰਹੀ ਹੈ, ਅਗਲੀ ਨੂੰ ਜੋੜ ਜੋੜ ਕੇ ਉਹਨਾਂ ਦੇ ਫਿਜ਼ੀਕਲ ਰਿਲੇਸ਼ਨ ਨੂੰ ਯੂਜ਼ ਕਰਕੇ ਅਸੀਂ ਅੱਗੇ ਦੇ ਅੱਗੇ ਡਾਇਮੈਂਸ਼ਨ ਲਿਖੀ ਜਾ ਰਹੇ ਹਾਂ। ਕਲੀਅਰ? यस सर। यस सर। ठीक है, ये ਤੁਹਾਨੂੰ ਇਸ ਲਈ ਵੀ ਦੱਸ ਰਿਹਾ ਕਿਉਂਕਿ HC ਵਰਮਾ ਦੀ ਐਕਸਰਸਾਈਜ਼ ਤੁਸੀਂ ਅੱਜ ਕਰਨੀ ਹੈ ਤੇ ਉਹ ਤੁਹਾਨੂੰ ਲੋੜ ਪਏਗੀ। क्वेश्चन
मान लो एक क्वेश्चन है अपने को ये अपने को रियल गैस इक्वेशन है, तो हम ਤੁਹਾਨੂੰ ਇਹ +2 ਦੇ ਵਿੱਚ ਤੁਹਾਨੂੰ ਡਿਰਾਈਵ ਕਰਵਾਈ ਜਾਏਗੀ, ਪਰ ਫਿਲਹਾਲ ਤੁਹਾਨੂੰ ਲੋੜ ਨਹੀਂ ਇਹਦੀ। this is the real gas equation RT. here R is not resistance, I will tell you। R ਕੀ ਹੈ अपना गैस कांस्टेंट है, T ਕੀ है सोच के दसो, टेम्परेचर, P की है, प्रेशर, V की है वॉल्यूम। ठीक है, ये सब तो बताया हूं। क्वेश्चन ये आता है हमेशा, व्हाट आर डायमेंशंस ऑफ A एंड B। ये तुसी हुणे ही सॉल्व करके दस सकते हो मैनू सोच के, जो भी मैं करवाया हुण तक, देखते हैं तुहाडे तो हुंदा कि नहीं हुंदा। हुणे सोचो, हुणे करो। सर बी दी तो वी वाले होंगे हैं बी दा सर एल क्यूब, बी दी बी हो सर, एग्जैक्टली बी दी होगी जो V वाली होगी, V वाली जो है यानी कि L3 आंसर। बहुत बढ़िया। व्हाट अबाउट A? सर पीवी स्क्वायर वाले होंगे। बस जो क्योंकि प्रेशर दी डायमेंशंस एग्जैक्टली इक्वल होएगी A बाय V स्क्वायर दी डायमेंशन दे, इसीलिए A वेक्टर ए जो A दी डायमेंशन, सॉरी A दी डायमेंशन क्या आएगी, प्रेशर इनटू V स्क्वायर दी डायमेंशन, है ना। यस सर, प्रेशर ਨੂੰ ਤੁਸੀਂ ਲਿਖ ਸਕਦੇ ਹੋ फोर्स बाय एरिया, and you know that it is ml square t minus 1, L minus 1, T minus 2, and volume square is L6 na। yes sir, so the dimensions of A are ML5 T minus 2। चलो वेरी गुड, पता लग गया सबनों। yes sir, यस सर। चलो फिर एक क्वेश्चन मैंने फिर एक होर करके दिखाओ, देख लेने हैं ਤੁਹਾਨੂੰ समझ आ गया सारा कुछ कि नहीं ਹੁਣ तक जो किया है। मान लो y एक रिलेशन की y इज इक्वल टू a sin kx माइनस ओमेगा t प्लस पाई बाय 2, देन फाइंड ऐसे ऐसे की y की है, बता देना y इज डिस्प्लेसमेंट, a is maximum displacement, T is time, and X is distance, and the question is, question लिखे नहीं रहे, find dimensions of omega and K। करो जी। सर ओमेगा दी दा t ओमेगा minus 1 ते के- k दी l minus 1, 1/t ओमेगा दी आएगी 1 by t, वेरी गुड, k दी 1 by l। 1/, yes sir, L minus 1, चलो शुक्र है भी तुसी हुण सीधा ही देख रही, बिना कुछ ज्यादा वो टेंशन ले सीधा ही सॉल्व कर लेने। क्लियर है सब नु? yes sir, yes सो आ अपनी बड़ी इंपॉर्टेंट चीज सी कि हुण जेडी आपां जो ਇਹ ਵਾਲਾ ਕੰਮ ਜਿਹੜਾ ਕਿ ਤੁਹਾਡਾ ਪਿਛਲੇ ਵਿੱਚ ਇਹਦੀ ਸਪਲੀਮੈਂਟਰੀ ਉਹ ਬਣ ਗਈ ਨਾਲ, ਠੀਕ ਹੈ, ਰਾਊਂਡ ਡਿਸਕਸ਼ਨ ਆਪਣੇ ਦੇ ਨਾਲ ਜੋੜ ਕੇ। ਤੇ ਹੁਣ ਆਪਾਂ करना था एरर एनालिसिस का 10 मिनट रह गए अपने को, 10 मिनट तक होना नहीं, कोशिश करते हैं। चलो पिछला वाला एरर एनालिसिस जो है वो तो हम तुसी समझे आया ना, पिछला वाला जो करवाया उस दिन। yes sir, yes sir, ਸੋ ਸਭ ਤੋਂ ਪਹਿਲੀ ਗੱਲ ਹੈ ਮੈਜ਼ਰਮੈਂਟ ਦੀ, ਕਿ ਜਦੋਂ ਵੀ ਅਸੀਂ ਮੈਜ਼ਰਮੈਂਟ ਕਰਦੇ ਹਾਂ ਤਾਂ ਮੈਜ਼ਰਮੈਂਟ ਕਰਦੇ ਹੋਏ ਹੁੰਦਾ ਕੀ ਹੈ ਕਿ ਆਪਾਂ ਮੰਨ ਲਓ ਕੋਈ ਲੈਂਥ ਮੇਜਰ ਕਰਨੀ ਹੈ, ਮੰਨ ਲਓ ਲੈਂਥ ਮੇਜਰ ਕਰਨੀ ਹੈ, ਇਹੀ ਟਾਈਮ ਬਾਰੇ ਸਹੀ ਹੈ। ਲੈਂਥ ਨੂੰ ਮੇਜਰ ਕਰਨ ਲਈ ਅਸੀਂ ਕੀ ਕਰਦੇ ਹਾਂ, ਉਹਦੀ ਇੱਕ ਤੋਂ ਜ਼ਿਆਦਾ ਰੀਡਿੰਗਸ ਲੈ ਲੈਂਦੇ ਹਾਂ, L1 L2 L3 ਐਂਡ ਸੋ ਔਨ LN ਕਹਿ ਦਿੰਦਾ ਮੈਂ। ਹੁਣ ਮੈਂ ਕਿਉਂਕਿ ਜਨਰਲ ਗੱਲ ਕਰਦਾ, ਠੀਕ ਹੈ। ਇਹ ਰੀਡਿੰਗਸ ਲੈਣ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਇਸ ਤੋਂ ਬਾਅਦ ਦੱਸੋ ਸਰ ਮੀਨ ਕੱਢਦੇ ਹਾਂ। ਸਰ ਮੀਨ ਕੱਢਦੇ ਹਾਂ। ਮੀਨ ਕੱਢਦੇ ਆ ਇਹਨਾਂ ਦਾ। ਸੋ ਸਭ ਤੋਂ ਪਹਿਲਾਂ ਇਹਦਾ ਮੀਨ ਕੱਢਦੇ, ਯਾਨੀ ਕਿ ਬੇਸਿਕਲੀ ਆਪਾਂ ਇੱਥੇ ਰਫ ਚ ਇੱਥੇ ਗੱਲ ਕਰਨੇ ਆ ਕਿ L1 L2 ਅਪ ਟੂ LN ਨੂੰ ਐਡ ਕਰਕੇ ਬਾਈ n ਕਰਦੇ ਆ, ਤਾਂ ਜੋ ਆਨਸਰ ਆਂਦਾ ਹੈ ਉਹਨੂੰ ਕਹਿ ਦਿੰਦੇ ਆ L, ਐਂਡ ਦਿਸ ਇਜ਼ ਦਾ ਰਿਪੋਰਟਡ ओरिजिनल लेंथ, समझ लो L। ਇੱਥੇ ਲਿਖ ਦਵਾਂ
ਫਿਰ ਅਸੀਂ ਦੇਖਦੇ ਹਾਂ ਕਿ ਸਾਡੀ ਮੇਜ਼ਰਮੈਂਟ 'ਚ ਗਲਤੀ ਵੀ ਤਾਂ ਹੋਈ ਹੋਣੀ ਹੈ। ਕਿੰਨੀ ਗਲਤੀ ਹੋਈ? ਆਪਾਂ ਇਸ L ਨੂੰ ਹੀ ਟਰੂ ਵੈਲਿਊ ਮੰਨ ਲੈਂਦੇ ਹਾਂ, ਕਿਉਂਕਿ ਸਹੀ ਵੈਲਿਊ ਤੁਹਾਨੂੰ ਕਿਸੇ ਨੂੰ ਕਦੀ ਪਤਾ ਹੀ ਨਹੀਂ ਲੱਗੇਗੀ, ਕਿਉਂਕਿ ਸਭ ਨੇ ਮੇਜ਼ਰ ਹੀ ਕਰਨੀ ਹੈ। ਮੰਨ ਲਓ ਮੈਂ Yes, ਤੁਹਾਨੂੰ sir. ਆਵਾਂ, ਮੈਂ ਕਹੂੰਗਾ ਆ ਲਓ ਜੀ ਇਹਦੀ ਲੈਂਥ ਹੈਗੀ 5 ਮੀਟਰ, ਤੁਸੀਂ ਮੇਜ਼ਰ ਕਰੋ। ਤੁਸੀਂ ਕਹਿਣਾ ਸਰ ਤੁਹਾਨੂੰ ਕਿਵੇਂ ਪਤਾ ਲੱਗਿਆ 5 ਮੀਟਰ? ਮੈਂ ਕਹੂੰਗਾ ਮੈਨੂੰ ਪਤਾ 5 ਮੀਟਰ। ਤੁਸੀਂ ਕਹਿੰਦੇ ਸਰ ਤੁਹਾਨੂੰ ਕਿਵੇਂ ਪਤਾ ਲੱਗਿਆ? ਮੈਂ ਕਹੂੰਗਾ ਮੈਂ ਮੇਜ਼ਰ ਕੀਤੀ ਹੈ। ਤੇ ਬੱਚੇ ਤੁਸੀਂ ਫਿਰ ਤੁਸੀਂ ਕਹੋਗੇ ਸਰ ਤੁਹਾਡੇ ਤੋਂ ਤਾਂ ਗਲਤੀ ਹੋਈ ਹੋਣੀ ਹੈ। ਤੁਹਾਡੇ ਤੋਂ ਗਲਤੀ ਨਹੀਂ ਹੋਈ, ਇਸ ਗੱਲ ਦੀ ਕੀ ਗਾਰੰਟੀ ਹੈ? मतलब कि बिकॉज कोई भी ह्यूमन बीइंग मेजर करेगा तो उस तो गलती तो होएगी, इसलिए कोई भी बंदा ये नहीं कह सकता कि ओदी ट्रू वैल्यू ज्यादा एक्यूरेट है। हाँ वो अपनी मेजरमेंट दे विचों ही अपना ही एरर कट के नाल दस दे, आपां कहांगे चल बंदा ईमानदार है, अपनी गलतियां नाल दस रहा है। सो बेसिकली ਅਸੀਂ ईमानदारी दिखाने जा रहे हैं कि ਅਸੀਂ L तो साडी आ गई इत्थों, हुण पता नहीं कितनी गलतियां होई होणगीਆਂ। ਆਪਾਂ गलतियां नहीं इत्थे फिर कैलकुलेट करते हैं डेल्टा L आईज, है ना। ਉਹ ਜੀ ਆਪਾਂ ਕੀ ਕਰਦੇ ਹਾਂ L1 ਦੇ ਵਿੱਚੋਂ ओरिजिनल वैल्यू L वाली ਜਿਹੜੀ ਆ ਇਹਨੂੰ ਮਾਈਨਸ ਕਰ ਕਰਕੇ ਮੋਡ ਲੈ ਲੈਣੇ ਆ, ਉਹਦਾ ਪੋਜ਼ਿਟਿਵ ਲੈਣਾ ਸਿਰਫ। ਇਹ ਸਮਝਾਇਆ ਸੀ ਨਾ? Yes, sir. ਯੈਸ ਸਰ। ਹੁਣ ਮੈਂ ਜਨਰਲ ਗੱਲ ਲਿਖ ਰਿਹਾ ਬਸ। ਫਿਰ ਇਹ ਜਿਹੜੇ ਇਹਨੂੰ ਕਹਿੰਦੇ ਨੇ, ਇਹਦਾ ਨਾਮ ਰੱਖਦੇ ਨੇ ਡੈਲਟਾ L1, ਇਹ ਹੈਗਾ ਡੈਲਟਾ L2, ਇਹ ਹੈਗਾ ਡੈਲਟਾ L3, ਇਹ ਕਰਦੇ ਡੈਲਟਾ LN। these are the errors, this is the error in the first measurement, this is error, absolute error in second measurement, absolute error in third and nth measurement। फिर errors ਜਿਹੜੇ ਨੇ, errors ਦਾ ਵੀ ਮੈਂ ਇੱਕ ਮੀਨ ਕਰ ਲੈਣਾ ਵਾ by n। ਉਹ ਜੋ error ਦਾ ਆਂਦਾ ਹੈ ਉਹਨੂੰ ਡੈਲਟਾ L ਬੋਲ ਦਿੰਦੇ ਆ, ਤੇ ਇੱਥੇ ਲਿਖ ਦਿੰਦੇ ਆ ਪਲੱਸ ਮਾਈਨਸ ਡੈਲਟਾ L, this is the reported length। ਇਹ ਗੱਲ ਆਪਾਂ ਕਰ ਚੁੱਕੇ ਹਾਂ। ਦੱਸੋ ਆ ਗੱਲ ਸਮਝ ਲੱਗੀ ਸਾਰਿਆਂ ਨੂੰ ਕਿ ਪਲੱਸ ਮਾਈਨਸ ਕਿਉਂ ਆਇਆ? Sir. ਯੈਸ ਸਰ। ਕਿਉਂ? क्योंकि सर वो एरर थोड़ा घट भी हो सकता है, थोड़ा ਵੱਧ भी हो सकता है। हाँ बिल्कुल बिल्कुल। इसीलिए ਅਸੀਂ ਕੋਈ ਵੀ ਚੀਜ਼ ਹੋਵੇ, ਮੰਨ ਲਓ ਫॉर a ਕੋਈ ਕੁਆਂਟੀਟੀ, ਅਗਰ a ਪਲੱਸ ਮਾਈਨਸ ਡੈਲਟਾ a ਲਿਖਿਆ, ਠੀਕ ਆ। ਆ ਹੁਣ ਆਪਣੇ ਕੋਲ ਗਿਵਨ ਇਦਾਂ ਦੀ ਚੀਜ਼ਾਂ ਹੋਣਗੀਆਂ, ਆਪਾਂ ਮੰਨ ਕੇ ਚੱਲਾਂਗੇ ਵੀ ਇਹਨਾਂ 'ਚ ਐਰਰ ਆ ਨਾਲ ਡੈਲਟਾ a ਐਰਰ ਦੱਸਿਆ ਹੈ, ਠੀਕ ਹੈ। ਯਾਨੀ ਅਗਰ ਲੈਂਥ ਮੈਨੂੰ ਦੱਸੀ ਹੈ ਕਿਸੇ ਨੇ 4.2 ਮੀਟਰ ਪਲੱਸ ਮਾਈਨਸ 0.1 ਮੀਟਰ, ਤਾਂ ਇਹਦਾ ਮਤਲਬ ਹੈ ਕਿ उसकी जो मीन आई होएगी वो आई होएगी, एरर्स का मीन फिर आ होएगा, है ना। ते एब्सोल्यूट एरर जिहड़ा इहनूं आपां डेल्टा L नाल डिनोट कर देवांगे, इहनूं मान लवांगे L। समझ लगी गल? yes, यस सर। ते डेल्टा A दा नाम याद है कि भुल गए? sir absolute mean value sir, मीन वैल्यू नहीं, मीन absolute एब्सोल्यूट एरर है ये, वैल्यू नहीं है ये, ठीक है। एंड अगर मैं इस डेल्टा A को A से डिवाइड कर देता हूं तो क्या कहते हैं? fraction relative error। रिलेटिव एरर। ये भी एरर है, ते रिलेटिव एरर ਦੀ ਜ਼ਰੂਰਤ ਕਿਉਂ ਪੈਂਦੀ ਹੈ? ਮੈਂ ਤੁਹਾਨੂੰ ਦੋ ਐਗਜ਼ਾਮਪਲ ਲੈ ਕੇ ਦੱਸੀਆਂ ਸੀ। ਅਗਰ ਇਸ ਨੂੰ ਇਸ ਤਰ੍ਹਾਂ ਕਰ ਦਈਏ 100 ਨਾਲ, ਤਾਂ ਇਹਨੂੰ ਕੀ ਕਹਿੰਦੇ ਆ? परसेंटेज relative। परसेंटेज एरर। ਇਹ ਗੱਲਾਂ ਹੁਣ ਤੁਹਾਨੂੰ याद ने, सारियां याद रहनी चाहिए। क्लियर है? ਯੈਸ ਸਰ। yes ਹੁਣ sir. ਇੱਕ ਬਹੁਤ ਇੰਪੋਰਟੈਂਟ ਚੀਜ਼ ਆਪਾਂ ਇਹ 'ਚ ਐਡ ਕਰਦੇ ਹਾਂ, ਕਿਉਂਕਿ ਜਦੋਂ ਤੁਸੀਂ ਮੇਜਰਮੈਂਟ ਕਰੋਗੇ, ਕੈਲਕੂਲੇਸ਼ਨ ਕਰੋਗੇ, ਤਾਂ ਇੱਕ ਗਲਤੀ ਹੋਣ ਦੀ ਸੰਭਾਵਨਾ ਰਹਿੰਦੀ ਹੈ, that is about the significant figure। ਸੋ ਇਹਦੇ ਨਾਲ ਰਿਲੇਟਡ ਇਸ ਤੋਂ ਅਗਲਾ ਟੌਪਿਕ ਜੋ ਹੈ ਐਰਰ ਐਨਾਲਿਸਿਸ ਦੇ ਵਿੱਚ ਹੀ, ਉਹ ਕੀ ਹੈ? this is about significant figures। ਇਹਦੀ ਡਿਟੇਲਿੰਗ ਤਾਂ ਚਲੋ ਆਪਣੀ ਅਗਲੇ ਲੈਕਚਰ ਦੇ ਵਿੱਚ ਹੋ ਪਾਏਗੀ ਨਾਲ ਐਰਰ ਐਨਾਲਿਸਿਸ ਦੀ, ਪਰ ਆਪਾਂ ਇੱਥੇ ਮਤਲਬ ਜ਼ਰੂਰ ਸਮਝ ਲਵਾਂਗੇ ਕਿ ਸਿਗਨੀਫੀਕੈਂਟ ਫਿਗਰ ਦਾ ਮਤਲਬ ਕੀ ਹੁੰਦਾ ਹੈ। ਸਿਗਨੀਫੀਕੈਂਟ ਦਾ ਮਤਲਬ ਸਮਝਦੇ ਹੋ ਨਾ? ਸਿਗਨੀਫੀਕੈਂਟ ਇੱਕ ਅੰਗਰੇਜ਼ੀ ਸ਼ਬਦ ਹੈ, ਇਸ ਦਾ ਮਤਲਬ ਹੁੰਦਾ ਹੈ ਜੋ ਮਹੱਤਵਪੂਰਨ ਹੈ ਨਾ। ਯੈਸ ਪਤਾ ਨਾ ਸਰ। ਇਹ ਗੱਲ? सर ਦਾ यस। ਮਹੱਤਵ ਹੈ, ਸਿਗਨੀਫੀਕੈਂਟ ਹੈ। ਸੋ ਆਪਾਂ ਇਹ ਕਰਦੇ ਹਾਂ ਇਸ ਗੱਲ ਨੂੰ ਸਮਝਣ ਦੇ ਲਈ, ਮੰਨ ਲਓ ਕਿ ਤੁਸੀਂ ਇੱਕ ਲੈਂਥ ਮੇਜਰ ਕਰਨੀ ਹੈ, ਇਸ ਲਾਈਨ ਦੀ ਲੈਂਥ ਮੇਜਰ ਕਰਨੀ ਹੈ, ਇਸ ਲਾਈਨ ਦੀ ਲੈਂਥ, ਤੇ ਇਸ ਲੈਂਥ ਨੂੰ ਮੇਜਰ ਕਰਨ ਲਈ ਤੁਸੀਂ ਬੇਸਿਕਲੀ ਕਰਦੇ ਕੀ ਹੋ? ਤੁਸੀਂ ਸਕੇਲ ਰੱਖਦੇ ਹੋ ਇੱਥੇ, ਇੱਕਦਮ ਇਹਦੇ 0 ਪੁਆਇੰਟ ਨਾਲ ਅਟੈਚ ਕਰਕੇ ਨਾ, ਇਸ ਤਰ੍ਹਾਂ ਸਕੇਲ ਰੱਖੋਗੇ ਨਾ ਨਾਲ। let this be a scale। आ रेड वाली दिख रही है ना जिसकी मैं लेंथ मेजर करनी है, मान लो दिस इज 1 सेंटीमीटर या 1 यूनिट मान लो 1, इतने मैं मान लो ज्यादा बड़ा मान लो थोड़ा, ए मान लो हैगा 2, ए मान लो हैगा या 3,
and this is say 4 and this is say 5। ਤੁਸੀਂ ਮੈਨੂੰ ਦੱਸੋ ਕਿ ਇਹ ਲੈਂਥ ਜਿਹੜੀ ਹੈ ਕਿੰਨੀ ਰਿਪੋਰਟ ਕਰਾਂ ਤੇ ਕਿੰਨੀ ਲਿਖਾਂ ਲੈਂਥ? Sir, exact 4.8 Exact 4.8? Are you sure? No, sir. Approx. Approx. So all of you are agree that that is 4.8 और कोई 4.7 भी कह सकता है? Yes, sir. yes 7 and 8. हाँ जी। 4.7. यानी कि कहने का मतलब ये है ਹੁਣ ਇਸ ਕੁਆਂਟੀਟੀ ਨੂੰ ਚਾਹੇ 4.8 ਲਿਖ ਦੋ ਅਗਰ ਤੁਸੀਂ ਸੈਂਟੀਮੀਟਰ ਵਿੱਚ, ਇਹ ਮੰਨ ਲਓ ਆਪਾਂ ਯੂਨਿਟਸ में नहीं भी लिख रहे, चलो कोई बच्चा 4.7 लिख देगा, कोई 4.6 लिख देगा, जो भी लिख दे, मतलब द थिंग इज अच्छा ये चीज देखो 4 श्योर है कि 4 ਵਿੱਚ ਵੀ ਕੋਈ ਡਾਊਟ ਹੈ ਤੁਹਾਨੂੰ? 4 for sure No, sir. 4 ਦਾ श्योर है, बट आ वाला डाउटफुल है ना? Yes, sir. Yes, sir. तो बेसिकली ਅਸੀਂ ਕੀ ਕਰਦੇ ਹਾਂ, all the sure digits, ठीक है, प्लस 1 doubtful digit। एक डाउटफुल डिजिट ले सकते हैं ਅਸੀਂ एंड ਵਿੱਚ जो अंदाजा लगाने ਆ, इस नंबर ਨੂੰ ਕਹਿੰਦੇ ਆ नंबर ऑफ significant figures। ਦੱਸੋ एक गल समझ लगी मेरी? यानी significant figure किने, एक श्योर डिजिट किने है, एक है, Yes, sir. Yes, sir. एंड एक डाउटफुल भी ले लो तो टोटल सिग्निफिकेंट फिगर कितने हो गए? 2. 2 सिग्निफिकेंट फिगर हो गए। एंड आई गेस इट तो कोई प्रॉब्लम नहीं आई होगी, है ना? No, sir. नाउ प्रॉब्लम दो significant meaning ਦਾ ਮਤਲਬ ਕੀ ਹੋਇਆ? सिग्निफिकेंट मतलब ਇਹ ਚੀਜ਼ ਇਸ ਮੈਜ਼ਰਮੈਂਟ ਦੀ ਜਿਹੜੀ ਆ ਰਿਪੋਰਟਿੰਗ ਤੁਸੀਂ ਕੀਤੀ ਨਾ, ਆ ਰਿਪੋਰਟ ਜਿਹੜੀ ਤੁਸੀਂ ਕਰ ਰਹੇ ਹੋ, ਇਹਦੇ ਵਿੱਚ ਸਿਗਨੀਫੀਕੈਂਟ ਫਿਗਰ ਕਿੰਨੇ ਨੇ? 2 ਸਿਗਨੀਫੀਕੈਂਟ ਫਿਗਰ ਨੇ, ਆ ਵਾਲੇ ਦੋਨੋਂ। ਇਹਦਾ ਮਤਲਬ ਇਹ ਹੋਇਆ ਪੁਆਇੰਟ ਤੋਂ ਬਾਅਦ 0 ਹੈ ਫਿਰ ਵੀ। ਨਹੀਂ ਆਪਾਂ ਕਰਦੇ ਨਾ, ਆਪਾਂ ਇੱਕ ਹੋਰ ਕਰਦੇ ਆ, ਆਪਾਂ ਇਹਨੂੰ ਹਲੇ ਹੋਰ ਸੋਲਵ ਕਰਨ ਜਾ ਰਹੇ ਆ ਅੱਗੇ, ਹਲੇ ਕੰਮ ਖਤਮ ਥੋੜੀ ਕੀਤਾ ਆਪਾਂ। ਦੇਖੋ ਹੁਣ ਆਪਾਂ ਕੀ ਕੀਤਾ, ਆਪਾਂ ਨਾ ਇਹਦੇ ਅੰਦਰ ਆ 5 ਵਾਲਾ ਸਾਈਨ ਵੀ ਇੱਥੇ ਲਗਾਤਾ, ਠੀਕ ਹੈ, ਕਲੀਅਰ? ਤੇ ਇਹਨੂੰ ਡਿਵਾਈਡ ਕਰਦਾ 5 ਪਾਰਟ, 1 2 3 4 5 6 7 8 9 10। ਸਮਝ ਲੱਗ ਰਹੀ ਮੇਰੀ ਗੱਲ? Yes, sir. ਸੋ ਮੈਂ इसके ਇੱਥੇ ਵੀ ਆਈ ਕਰਤਾ, ਇੱਥੇ ਵੀ ਆਈ ਕਰਤਾ, ਮੈਂ ਬਣਾ ਨਹੀਂ ਰਿਹਾ, ਮੈਂ ਬਣਾਉਂਗਾ ਇੱਥੇ, ਠੀਕ ਹੈ। ਹੁਣ ਮੈਂ ਇੱਥੇ ਕੀ ਕਰਤਾ, ਦੇਖੋ ਆ ਤਾਂ ਮੇਰਾ ਆ ਗਿਆ 5, ਠੀਕ ਹੈ, ਆ ਗਿਆ ਮੇਰਾ 6, ਆ ਗਿਆ ਮੰਨ ਲਓ 7, ਆ ਗਿਆ ਮੰਨ ਲਓ 8 9 10। ਜਿਵੇਂ ਮੈਂ ਥੋੜਾ ਜਿਹਾ ਸਿਰਫ ਤੁਹਾਨੂੰ ਸਮਝਾਉਣ ਲਈ ਬਣਾਇਆ, ਜ਼ਰੂਰ ਨਹੀਂ ਕਿ ਬਿਲਕੁਲ ਐਕੂਰੇਟ ਬਣਾਇਆ ਹੋਇਆ, ਤੁਹਾਨੂੰ ਪਤਾ ਹੈ। ਸੋ ਲੈਟ ਦਿਸ ਬੀ ਦ ਸਕੀਮ and say this is the 5 mark, this is mark 5, clear? Yes, sir. now अगर इस मेजरमेंट ਨੂੰ ਰਿਪੋर्ट करना होएगा then ਤੁਸੀਂ ਕੀ ਲਿਖੋਗੇ? ਤੁਸੀਂ ਲਿਖੋਗੇ 4 ਤਾਂ ਠੀਕ ਹੈ ਨਾ, 4 ਤਾਂ ਆਏਗਾ ਹੀ ਨਾ। Yes, sir. ਪੁਆਇੰਟ ਤੁਸੀਂ ਦੇਖ ਰਹੇ ਹੋ 6 ਤੇ 7 ਦੇ ਵਿੱਚ ਹੈ, Yes, sir. ਮਤਲਬ ਪਤਾ ਨਹੀਂ ਹੁਣ ਤੁਹਾਨੂੰ ਵਿਜ਼ਿਬਿਲਿਟੀ ਤੁਹਾਡੀ ਉਹ ਹੋ ਰਹੀ ਹੋਵੇ ਕਿ ਨਹੀਂ, ਮੈਂ ਥੋੜਾ ਦਿਖਾ ਦਿੰਦਾ। ਆ ਮੰਨ ਲਓ ਮੇਰਾ ਆ 6 ਹੈ ਤੇ ਆ 7 ਹੈ ਨਾ, ਇਹਦੇ ਵਿੱਚ ਆ ਰਿਹਾ ਨਾ ਉਹ। Yes, sir. Yes, sir. yes sir Yes, sir. ਤੇ ਫਿਰ ਤੁਸੀਂ ਕੀ ਕਰੋਗੇ? 4 ਪੁਆਇੰਟ ਇੱਥੇ ਤੁਸੀਂ ਕੀ ਕਰੋਗੇ? 67 68 6 ਤਾਂ ਪੱਕਾ ਹੀ ਲਿਖੋਗੇ ਨਾ? Yes, sir. 6 ਤੋਂ ਪੱਕਾ ਹੀ ਉੱਪਰ ਹੈ, 6 ਤੋਂ ਬਾਅਦ 7 ਦੇ ਵਿੱਚ ਹੈ, ਤਾਂ ਹੁਣ ਉਹਨੂੰ ਕੋਈ ਬੱਚਾ 4.6 ਤੋਂ ਬਾਅਦ 6 ਲਿਖ ਦੇਗਾ, ਕੋਈ ਉਹਨੂੰ 4.6 ਤੋਂ ਬਾਅਦ 7 ਵੀ ਲਿਖ ਸਕਦਾ ਹੈ, ਕੋਈ ਉਹਨੂੰ 4.6 ਤੋਂ ਬਾਅਦ ਕੀ ਪਤਾ 8 ਲਿਖ ਦੇ, ਕੋਈ ਕਹੇ ਵੀ ਨਹੀਂ ਹੈ ਛੋਟੋ ਮੈਂ 0 ਹੀ ਲਿਖ ਦੂੰਗਾ, but no one is sure about the third digit ना। समझ लग रही है? Yes, sir. ਤੁਹਾਡੇ ਚ श्योर digits ਕਿੰਨੇ ਨੇ? Sir, 2. sir 2 2 श्योर digits ਨੇ and 1 is the doubtful। ਸੋ ਇਹ ਕਈ ਵਾਰ ਇਨਸਟਰੂਮੈਂਟ ਦੀ ਕਮੀ ਕਰਕੇ ਵੀ ਹੁੰਦਾ ਕਿ ਉਹ ਆਪਣਾ ਉਨਾ ਜ਼ਿਆਦਾ ਵਧੀਆ ਤਰ੍ਹਾਂ ਡਿਫਾਈਨ ਨਹੀਂ ਹੈਗਾ। ਤਾਂ ਹੁਣ ਇਹਦੇ ਵਿੱਚ ਇਸ ਮੈਜ਼ਰਮੈਂਟ ਦੇ ਵਿੱਚ ਤੁਹਾਡੇ ਸਿਗਨੀਫੀਕੈਂਟ ਫਿਗਰ ਕਿੰਨੇ ਹੋਣਗੇ? श्योर digits ਕਿੰਨੇ ਆ? 2 doubtful 1, ਤਾਂ ਟੋਟਲ ਕਿੰਨੇ ਹੋ ਗਏ? 3 significant figures। ਦੱਸੋ ਸਮਝ ਲੱਗੀ ਗੱਲ? Yes, sir. Yes. ਅੱਛਾ ਤੁਹਾਡੇ ਚ ਮੈਨੂੰ ਕੋਈ ਇੱਕ ਜਣਾ ਦੱਸੇਗਾ ਕਿ ਜ਼ਿਆਦਾ
अच्छा ज्यादा मेजरमेंट एक्यूरेट केड़ी है, 2 सिग्निफिकेंट फिगर वाली कि 3 वाली? 3 वाली सर। इसका मतलब सिग्निफिकेंट फिगर तो सानू ये पता लगता है कि कोई मेजरमेंट अगर करके तुहानू दसी जा रही है तो वो कितनी ज्यादा एक्यूरेट है। ज्यादातर पॉसिबिलिटीज यही होंदियां ने, ज्यादातर की हमेशा ही, कि जिन्नी ज्यादा सिग्निफिकेंट फिगर्स होंदियां ने मींस उन्नी ज्यादा एक्यूरेट होंदी है मेजरमेंट। क्लियर? यस सर। ਹੁਣ ਕਰਨ ਨੂੰ ਇਹ ਆ ਕਿ ਜੇ ਇੰਨਾ ਬਰੀਕ ਤਾਂ ਇੱਥੇ ਮੈਂ ਕੰਮ ਨਹੀਂ ਕਰ ਪਾਉਂਗਾ, ਕਿ ਪਰ ਜੇ ਮੈਂ ਕਰ ਸਕਦਾ ਹੁੰਦਾ ਤੇ ਜੇ ਮੰਨ ਲਓ ਮੈਂ ਇਹਦੇ ਅੰਦਰ ਆ ਇਹਦੇ ਵਿੱਚ ਵੀ ਇਹਦੇ ਵਿੱਚ 1 2 3 4 5 6 7 8 9 10 ਠੀਕ ਹੈ, ਇਸ ਤਰ੍ਹਾਂ ਇਹਨੂੰ ਮੈਂ ਕਰ ਲਵਾਂ, ਉਹਦੇ ਵਿੱਚ ਮੈਨੂੰ ਪਤਾ ਲੱਗ ਜਾਏ ਕਿ ਕੋਈ 2 ਦੇ ਵਿੱਚ ਆਏ, ਮੰਨ ਲਓ ਇੱਕ ਕੁਝ 6th ਐਂਡ 7th ਦੇ ਅੰਦਰ ਆ ਜਾਵੇ ਉਹ, ਤਾਂ ਉਹ ਚ ਫਿਰ ਇੱਕ ਹੋਰ 6 ਮੇਰਾ ਸ਼ੋਰ ਹੋ ਜਾਏਗਾ ਨਾ। यस सर। ਤੇ ਫਿਰ ਉਸ ਤੋਂ ਅੱਗੇ ਵਾਲਾ ਫਿਰ ਮੈਂ ਹੋ ਸਕਦਾ ਕੋਈ 7 ਲਗਾ ਦੇਵਾਂ ਜਾਂ ਫਿਰ ਕੋਈ 5 ਲਗਾ ਦੇ या फिर कोई कुछ भी लगा दे, बट 6 श्योर हो जाएगा, 8 लगा दे। समझ लगी गल? सर ते जे मतलब कि साडे को ਅਸੀਂ मतलब कि ਅੱਗੇ ਨਹੀਂ ਵੀ ਡਿਵਾਈਡ ਕੀਤਾ, ਸਾਡੇ ਕੋਲ 2 ਡਾਊਟਫੁਲ ਫਿਗਰ ਆ ਗਈ ਫਿਰ? नहीं देखो ना, 2 डाउटफुल फिंगर आ ही नहीं सकती, किवें आ जाऊगी? ਉਹਦਾ ਤੁਸੀਂ ਇਹ ਆਪ ਹੀ ਗਲਤ ਲਿਖ ਰਹੇ ਹੋ ਫਿਰ ਅਲੱਗ ਗੱਲ ਆ, ਪਰ ਮੇਜਰਮੈਂਟ ਦਾ ਜਿਹੜਾ ਤਕਾਜ਼ਾ ਹੈ, ਜਿਹੜਾ ਉਹ ਮੇਜਰਮੈਂਟ ਦਾ ਰੂਲ ਹੈ, ਉਹ ਤਾਂ ਇਹੀ ਹੈ ਨਾ ਕਿ ਤੁਸੀਂ ਇੱਕ ਵਾਰ ਜਿਹੜਾ ਸ਼ੋਰ ਆ ਤਾਂ ਸ਼ੋਰ ਲਿਖੋਗੇ ਨਾ, ਜਿਹਦੇ ਵਿੱਚੋਂ ਲੰਘ ਗਈ ਅੱਗੇ ਉਹ ਲੈਂਥ, ਉਹ ਤਾਂ ਸ਼ੋਰ ਹੋ ਗਿਆ। ਤਾਂ 2 ਡਾਊਟਫੁਲ ਕਿਵੇਂ ਹੋਣਗੇ? ਡਾਊਟਫੁਲ ਤਾਂ ਇੱਕ ਹੀ ਲਿਖੋਗੇ ਨਾ। ਯਸ ਸਰ। ਅੱਗੇ ਲਿਖਦੇ ਹੀ ਨਹੀਂ ਅਸੀਂ, ਇਹੀ ਤਾਂ ਗੱਲ ਹੈ, ਇਹੀ ਤਾਂ ਆਪਾਂ ਸਿੱਖਣਾ ਹੈ। ਜਿਵੇਂ ਕਿ ਤੁਹਾਨੂੰ ਮੈਂ ਆਉਣ ਵਾਲੇ ਟਾਈਮ 'ਚ ਆ ਸਿਖਾਉਣਾ ਚਾਹ ਰਿਹਾ ਬੇਸਿਕਲੀ that 5 5.0 ਤੇ 5.00 ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਐਕੂਰੇਟ ਸਟੇਟਮੈਂਟ ਪਤਾ ਕਿਹੜੀ ਹੈ? ਆ ਕਿਉਂਕਿ ਇਹਦੇ ਚ ਸਿਗਨੀਫੀਕੈਂਟ ਫਿਗਰ 3 ਨੇ ਬੇਸਿਕਲੀ। ਅੱਗੇ ਮੈਂ ਦੱਸੂਗਾ ਰੂਲਸ, ਹਲੇ ਤੁਸੀਂ ਟੈਨਸ਼ਨ ਨਹੀਂ ਲੈਣੀ ਇਹਦੀ। ਫਿਲਹਾਲ ਤੁਸੀਂ ਐਚਸੀ ਵਰਮਾ ਦੀ ਉਹ ਮੈਂ ਐਕਸਰਸਾਈਜ਼ ਜਿਹੜੀ ਭੇਜੂਗਾ ਉੱਤੇ ਧਿਆਨ ਦੇਣਾ ਹੈ। ਆ ਗੱਲ ਸਮਝ ਲੱਗ ਰਹੀ ਸਭ ਨੂੰ ਕਿ ਇਹ ਕਿਉਂ? ਕਿਉਂਕਿ ਉਹ ਚ ਡੈਸੀਮਲ ਤੋਂ ਬਾਅਦ, ਯਾਨੀ ਉਹਨੇ ਨੋਟ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ 10 ਪਾਰਟਸ ਡਿਵਾਈਡ ਕੀਤਾ, ਫਿਰ ਉਹਨੂੰ ਇੱਕ 0 ਮਿਲਿਆ। 0 ਤੋਂ ਅੱਗੇ ਸੀਗਾ ਹੀ ਨਹੀਂ, ਜਿਹੜਾ ਮੈਜਰਮੈਂਟ ਸੀ 0 ਤੋਂ ਬਾਅਦ ਸੀ, ਕੁਝ ਵੀ 0 ਤੋਂ ਅੱਗੇ ਲੰਘਿਆ ਆਇਆ ਸੀ। ਉਹ ਕਹਿੰਦਾ 0 ਲੈ ਲਓ ਫਿਰ ਪੱਕਾ, ਜਿਵੇਂ 6 ਐਂਡ 7 ਵਿੱਚੋਂ 7 ਲੈ ਲਿਆ। ਫਿਰ ਉਹਨੇ ਫਿਰ 10 ਪਾਰਟਸ ਡਿਵਾਈਡ ਕੀਤਾ, ਫਿਰ 0 ਤੋਂ ਲੰਘਿਆ ਆਇਆ ਸੀ, ਫਿਰ ਉਹਨੇ 0 ਲੈ ਲਿਆ, ਹਨਾ? ਸਮਝ ਲੱਗ ਰਹੀ ਗੱਲ? ਆ ਜ਼ੀਰੋਸ ਜਿਹੜੇ ਨੇ ਇਹ ਮੇਜਰਮੈਂਟ ਦੇ ਵਿੱਚੋਂ ਆਏ ਨੇ, ਸੋ ਦੈਟਸ ਵਾਈ ਯੂ ਹੈਵ ਟੂ ਗਿਵ ਰਿਸਪੈਕਟ ਟੂ ਥੀਸ ਜ਼ੀਰੋਸ। ਹਾਂ, ਚਾਹੇ ਤੁਹਾਡੀ ਤੁਸੀਂ ਕਹਿਣਾ ਰਹੇ ਇਹਦੀ ਕਿਤੇ ਕੋਈ ਵੈਲਿਊ ਹੈ ਤਾਂ ਤਿੰਨੋਂ 5 ਹੀ ਹੈ, ਹਨਾ? 5 ਰੁਪਏ ਹੈ। ਸਮਝ ਲੱਗੀ ਗੱਲ? ਸਰ 2 ਸ਼ੋਰਟ ਡਿਜਿਟਸ ਕਿਵੇਂ ਆਏ ਇੱਧਰ? ਹੈ 2 ਸ਼ੋਰਟ ਡਿਜਿਟਸ ਕਿਵੇਂ ਆਏ ਸੀ ਦੂਜੇ ਪਾਰਟ 'ਚ? ਦੂਜੇ ਪਾਰਟ 'ਚ ਹਾਂਜੀ ਸਰ। ਆਵਲਾ ਦੇਖੋ ਨਾ, ਆਵਲਾ ਆਪਣਾ ਨੰਬਰ ਜਿਹੜਾ 6 ਤੋਂ 6 ਤੇ 7 ਦੇ ਵਿੱਚ ਆ ਗਿਆ ਸੀ ਨਾ, ਤਾਂ ਫਿਰ 6 ਤੱਕ ਤਾਂ ਆ ਹੀ ਗਿਆ ਸੀ ਨਾ, 4.6 ਤੱਕ, ਹਨਾ? ਯੈਸ ਸਰ। ਤਾਂ ਫਿਰ ਉਹ ਤਾਂ ਪਹਿਲਾਂ ਹੀ ਲਿਆ, ਫਿਰ 6 ਤੋਂ ਬਾਅਦ ਵੀ 6 ਤੇ 7 ਵੀ ਸੀਗਾ, ਤਾਂ ਆਪਾਂ ਉਹ ਇਹਦੇ ਵਿੱਚ ਆਪਾਂ ਫਿਰ 6 ਜਾਂ 7 ਜਾਂ 5 ਨੰਬਰ ਐਡ ਕਰ ਰਹੇ ਸੀ ਬਸ। ਉਹ ਆਪਾਂ ਫਿਰ ਤੁੱਕਾ ਸੀ, ਡਾਊਟ ਸੀ, ਯਾਨੀ ਡਾਊਟਫੁਲ ਡਿਜਿਟ ਸੀ। ਓਕੇ ਸਰ। ਹਨਾ? ਹਾਂਜੀ ਰਿਦਮ। Sir, can we say accuracy is directly proportional to number of significant ਇੱਥੇ figures? ਆਪਾਂ ਡਾਇਰੈਕਟਲੀ ਪ੍ਰੋਪੋਰਸ਼ਨਲ ਵਾਲਾ ਸ਼ਬਦ ਨਹੀਂ ਵਰਤਦੇ ਕਦੇ ਵੀ, ਪ੍ਰੋਪੋਰਸ਼ਨੈਲਿਟੀ, ਕਿਉਂਕਿ ਐਕੂਰੇਸੀ ਜਿਹੜੀ ਹੈ ਉਹ ਐਸ ਸੱਚ ਕੋਈ ਉਹ ਨਹੀਂ ਹੈ। ਐਕੂਰੇਸੀ ਇਜ਼ ਨਾਟ ਅ ਫਿਜ਼ੀਕਲ ਕੁਆਂਟੀਟੀ that can be proportional or anything, ਹਨਾ? ਠੀਕ ਹੈ? ਪ੍ਰੋਪੋਰਸ਼ਨੈਲਿਟੀ ਵਰਡ ਅਸੀਂ ਯੂਜ਼ ਕਰਦੇ ਜਦੋਂ ਮੈਥਮੈਟਿਕਲੀ, ਜਿਵੇਂ ਐਕੂਰੇਸੀ ਆਪਣੇ ਆਪ ਤਾਂ ਕੁਝ ਵੀ ਨਹੀਂ ਨਾ ਐਕੂਰੇਸੀ। ਆਪਾਂ ਬਸ ਇਹ ਕਹਿ ਸਕਦੇ that accuracy is more when the significant figures are more and accuracy ਘੱਟ ਹੋਏਗੀ ਅਗਰ significant figures are less, ਬਸ ਇਹ ਮਤਲਬ ਹੈ। ਠੀਕ ਹੈ? Okay sir. ਸੋ ਚਲੋ ਠੀਕ ਹੈ, ਹੁਣ ਤੁਸੀਂ ਸਾਰੇ ਜਣੇ ਆਪਣਾ ਜੋ ਹੋਮਵਰਕ ਹੈ ਮੈਂ ਅਸਾਈਨਮੈਂਟ ਹੁਣੀ ਬਣਾਉਣ ਜਾ ਰਿਹਾ, ਤੁਸੀਂ ਉੱਤੇ ਅਪਲੋਡ ਕਰੋਗੇ, ਤੁਹਾਨੂੰ ਪਤਾ ਲੱਗ ਚੁੱਕਿਆ ਹੁਣ ਕੀ ਕਰਨਾ ਹੈ। ਐਂਡ ਜਿਹੜੀ PDF ਹੈ ਇਹਦੀ ਐਕਸਰਸਾਈਜ਼ ਦੀ ਐਸਸੀ ਵਰਮਾ ਵਾਲੀ, ਉਹ ਮੈਂ ਤੁਹਾਨੂੰ ਹੁਣੀ ਬਣਾ ਕੇ ਭੇਜ ਦਿੰਦਾ, ਗਰੁੱਪ ਦੇ ਵਿੱਚ ਵੀ ਮਿਲ ਜਾਏਗੀ ਤੁਹਾਨੂੰ। ਤੇ ਤੁਸੀਂ ਅਸਾਈਨਮੈਂਟ ਐਂਡ ਪ੍ਰੈਕਟਿਸ ਸ਼ੀਟ ਸਰ ਗੂਗਲ ਗਰੁੱਪ ਵਿੱਚ ਅਪਲੋਡ ਕਰੋਗੇ ਜਾਂ WhatsApp ਦੇ ਥਰੂ ਹੀ ਭੇਜੋਗੇ? ਐਕਚੁਅਲੀ ਉਹ ਚ ਮੈਂ ਤਾਂ ਦੋਨੋਂ ਪਾਸੇ ਕੰਫਰਟੇਬਲ ਹਾਂ, ਤੁਸੀਂ ਜੇ ਕਹੋਗੇ ਤਾਂ ਮੈਂ ਗੂਗਲ ਗਰੁੱਪ ਚ ਕਰ ਦਾਂਗਾ, ਅਦਰਵਾਈਜ਼ WhatsApp ਤੇ ਵੀ ਮਿਲ ਜਾਏਗੀ ਤੁਹਾਨੂੰ, ਅਗਰ ਫੋਨ ਦੇ ਵਿੱਚ ਯੂਜ਼ ਕਰ ਦੋ WhatsApp ਤੇ ਸੈਂਡ WhatsApp ਤੇ ਕਰ ਦੂੰਗਾ, ਕੋਈ ਗੱਲ ਨਹੀਂ।